ਬੋਲੀ ਆਪਣੀ ਤੇ ਕੰਗ ਮਾਨ ਹੋਣਾ ਚਾਹੀਦਾ ਹੈ। ਬੋਲੀ ਆਪਣੀ ਤੇ ਕੰਗ ਮਾਨ ਹੋਣਾ ਚਾਹੀਦਾ ਹੈ। ਬੋਲੇ ਜਦੋਂ ਬੰਦਾ ਤੇ ਪਛਾਣ ਹੋਣਾ ਚਾਹੀਦਾ ਹੈ। ਆਪਣੀ ਪਛਾਣ ਵਾਲਾ ਦੀਵਾ ਨਾ ਬੁਝਾ ਦਿਓ। ਆਪਣੀ ਪਛਾਣ ਵਾਲਾ ਦੀਵਾ ਨਾ ਬੁਝਾ ਦਿਓ। ਵੇਖਿਓ ਪੰਜਾਬੀਓ, ਪੰਜਾਬੀ ਨਾ ਭੁਲਾ ਦਿਓ। ਇਹਨਾਂ ਸੋਹਣੇ ਤੇ ਸੁਨਹਿਰੀ ਅੱਖਰਾਂ ਦੇ ਹਾਲਤ ਬਹੁਤ ਸਾਰੇ ਐਸੇ ਗੀਤਾਂ ਨੂੰ ਲਿਖਣ ਵਾਲੇ ਜਿਹੜੇ ਗੀਤ ਤੁਹਾਡੇ ਤੱਕ ਉਹਨਾਂ ਤੋਂ ਪਹਿਲਾਂ ਪੜ ਗਏ ਨੇ, ਅੱਜ ਜਦੋਂ ਸਾਂਝਾ ਕਰੋਗੇ ਤੇ ਫਿਰ ਤੁਹਾਨੂੰ ਪਤਾ ਚੱਲੇਗਾ ਕਿ ਸਾਡੇ ਅੱਜ ਦੇ ਮਾਣਯੋਗ ਪ੍ਰਾਹੁਣੇ ਅਮਰੀਕਾ 'ਚ ਵੱਸਦੇ ਹਰਜਿੰਦਰ ਕੰਗ ਹਰੀ ਨੇ। ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਪੰਜਾਬੀ ਕਾ ਤੇ ਕੀਮਤੀ ਗੱਲਾਂ ਦੇ ਰਲਵੇਂ ਮੰਚ ਤੇ। ਜੀ ਆਇਆਂ ਨੂੰ ਹਰਜਿੰਦਰ ਜੀ। ਮੇਰੇ ਵੱਲੋਂ ਵੀ ਪੰਜਾਬੀ ਕਾ ਤੇ ਕੀਮਤੀ ਗੱਲਾਂ ਦੇ ਮੰਚ ਤੇ ਆ ਕੇ ਮੈਨੂੰ ਬੜੀ ਖੁਸ਼ੀ ਆ। ਬਹੁਤ ਆਦਾਬ ਆਜ਼ਮ ਸਾਹਿਬ ਤੁਹਾਨੂੰ ਵੀ, ਹਰਵਿੰਦਰ ਹੋਰਾਂ ਨੂੰ ਵੀ, ਤੇ ਸਭ ਸੁਣ ਦੇਖਣ ਵਾਲਿਆਂ ਨੂੰ ਵੀ ਬੜੀ ਮੈਨੂੰ ਖੁਸ਼ੀ ਹੋਈ ਇਸ ਮੰਚ ਤੇ ਆ ਕੇ। ਮੈਨੂੰ ਐਂ ਲੱਗਾ ਜਿਵੇਂ ਇੱਕ ਸਾਂਝੇ ਵਿਹੜੇ 'ਚ ਅੱਜ ਬਹਿ ਗਏ ਅਸੀਂ ਦੋਨੋਂ ਪੰਜਾਬ ਜਿਵੇਂ ਇਕੱਠੇ ਹੋ ਗਏ। ਮੇਰੇ ਨਾਲ ਜਿਵੇਂ ਹੁਣ ਵਾਰਿਸ ਸ਼ਾਹ ਵੀ ਬੈਠਾ ਹੋਵੇ, ਬੁੱਲੇ ਸ਼ਾਹ ਵੀ ਬੈਠਾ, ਸੁਲਤਾਨ ਵੀ ਬੈਠਾ ਹੈ, ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਅੱਜ ਦਾ ਰੋਜ਼ ਮੁਬਾਰਕ ਚੜ੍ਹਿਆ। ਅੱਜ ਦਿਨ ਭਾਗਾਂ ਭਰਿਆ, ਅੱਜ ਖੁਸ਼ੀਆਂ ਦੇ ਚਾਈ ਚਾਈ ਪੈਰ ਬਰੂਹੀ ਧਰਿਆ। ਅੱਜ ਦੇ ਰੋਜ਼ ਦੇ ਕੰਨੀ ਝੁਮਕੇ ਗਲ ਸ਼ਗਨਾਂ ਦੀ ਗਾਨੀ। ਵਾਹ ਕਿ ਅੱਜ ਦਾ ਰੋਜ਼ ਮੁਹੱਬਤ ਰੰਗਾ ਮਿਲੇ ਦਿਲਾਂ ਦੇ ਜਾਨੀ। ਵਾਹ ਜਦੋਂ ਦਿਲ ਨਾਲ ਗੱਲ ਹੁੰਦੀ ਹੈ ਤੇ ਉਹੀ ਗੱਲ ਮੇਰੇ ਖਿਆਲ 'ਚ ਕੀਮਤੀ ਹੁੰਦੀ ਹੈ, ਤੇ ਇਸੇ ਕਰਕੇ ਨਾਮ ਵੀ ਤੁਸੀਂ ਬੜਾ ਅੱਛਾ ਰੱਖਿਆ, ਕੀਮਤੀ ਗੱਲਾਂ। ਵਾਹ ਵਾਹ, ਬਹੁਤ ਬਹੁਤ ਸੋਹਣੀ ਜੀ ਤੁਸੀਂ ਗੱਲ ਕੀਤੀ। ਕੋਈ ਥੋੜੀ ਜਿਹੀ ਆਵਾਜ਼ ਵਿੱਚ ਆ ਰਹੀ ਹੈ ਇੰਦਰ ਭਾਈ, ਥੋੜੀ ਨਾ ਟਿਕ ਟਿਕ ਦੀ ਆਵਾਜ਼ ਹੀ ਆ ਰਹੀ ਹੈ। ਇਹ ਟਿਕ ਟਿਕ ਦੇਖੋ ਕੋ ਮਾਈਕ ਇਹ ਮੈਨੂੰ ਵੀ ਆ ਰਹੀ, ਜਾਂ ਤਾਂ ਇਹਨੂੰ ਲਾ ਦਿੰਦੇ ਇੱਕ ਸੈਕਿੰਡ। ਹਾਂਜੀ ਹੁਣ ਰੁਕੀ। ਠੀਕ, ਇਹ ਰੁਕੀ। ਇਹ ਪਤਾ ਨਹੀਂ ਕਾਹਦੀ ਆਵਾਜ਼ ਸੀ। ਚਲੋ ਵਿੱਚ ਇਹ ਨਹੀਂ ਅਜੇ ਵੀ ਆ ਰਹੀ ਕਿਸੇ ਸ਼ਾਇਦ ਦੀ ਆਵਾਜ਼। ਹਾਂ ਇਹ ਪਤਾ ਨਹੀਂ ਕੀ ਹੈ ਇਹ, ਜਾਂ ਜਗ੍ਹਾ। ਅੱਛਾ ਇਹਦਾ ਕੋਈ ਫਰਕ ਇਹਦਾ ਇੱਕ ਹੱਲ ਹੈ ਜੀ। ਤੁਸੀਂ ਅਗਰ ਦੁਬਾਰਾ ਜੁਆਇਨ ਕਰੋ ਨਾ ਇਹਨੂੰ, ਤੁਸੀਂ ਵਾਪਸ ਜਾ ਕੇ ਦੁਬਾਰਾ ਜੁਆਇਨ ਕਰੋਗੇ ਤੇ ਮਸਲਾ ਕਈ ਦਫਾ ਠੀਕ ਹੋ ਜਾਂਦਾ ਹੈ। ਠੀਕ ਹੈ। ਤੇ ਥੋੜੀ ਆਵਾਜ਼ 'ਚ ਮਸਲਾ ਆ ਰਿਹਾ ਸੀ ਤੇ ਮੈਂ ਸੋਚਿਆ ਕਿ ਜੇ ਚੁੱਪ ਕੀਤੇ ਰਹੇ ਤੇ ਇਹ ਆਵਾਜ਼ ਤੋੜ ਤੱਕ ਚੱਲਣੀ ਹੈ ਤੇ ਸੁਣਨ ਵਾਲਿਆਂ ਨੂੰ ਉਹ ਸਵਾਦ ਨਹੀਂ ਬਚਣਾ। ਤੇ ਮੈਂ ਹੁਣੇ ਹੀ ਕੋਸ਼ਿਸ਼ ਕਰ ਲਵਾਂ। ਤੇ ਸੁਣਨ ਵਾਲਿਆਂ ਨੂੰ ਵੀ ਚਾਹੀਦਾ ਹੈ ਕਿ ਆਪਣੀ ਜ਼ਿੰਦਗੀਆਂ 'ਚ ਜਿਹੜੀਆਂ ਘਾਟਾਂ ਹੋਣ ਉਹ ਉਡੀਕਿਆ ਨਾ ਕਰੋ, ਨਾਲ ਨਾਲ ਹੀ ਉਹਨੂੰ ਸਿੱਧਿਆਂ ਕਰਦੇ ਰਹੀਏ ਤਾਂ ਕਿ ਜੀਵਨ ਜ਼ਿਆਦਾ ਸੁਖਾਲਾ ਹੋ ਜਾਵੇ, ਜ਼ਿਆਦਾ ਸੋਹਣਾ ਹੋ ਜਾਵੇ। ਤੇ ਹਰਜਿੰਦਰ ਕੰਗਰਾਂ ਦੇ ਨਾਲ ਅਸੀਂ ਦੁਬਾਰਾ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਆ। ਕੁਝ ਆਵਾਜ਼ ਵਿੱਚ ਅਜੇ ਵੀ ਆ ਰਹੀ ਉਹਦੀ। ਇਹ ਤੁਹਾਡੇ ਕੋਲ ਹੈਗਾ ਜੀ ਹੈਂਡ ਫ੍ਰੀ ਹੈਗਾ ਜੀ ਹਰਜਿੰਦਰ ਜੀ? ਹਾਂਜੀ ਹੈਂਡ ਫ੍ਰੀ ਹੈ ਤੁਹਾਡੇ ਕੋਲ? ਹੈਂਡ ਫ੍ਰੀ ਲਾ ਕੇ ਵੇਖ ਲਈਏ ਸ਼ਾਇਦ ਕੋਈ। ਉਹ ਫਿਰ ਮੇਰੇ ਜਾਂ ਤਾਂ ਮੈਂ ਦੂਸਰੇ ਕਮਰੇ 'ਚ ਜਾ ਕੇ ਦੇਖ ਲੈਣਾ। ਅੱਛਾ ਇਹ ਨਾ ਕੋਈ ਚੀਜ਼ ਸਮਝ ਨਹੀਂ ਆ ਰਹੀ ਕਿ ਆਵਾਜ਼ ਕਾਹਦੀ ਹੈ। ਇਹ ਨਾਲ ਨਾਲ ਕੋਈ ਜਗ੍ਹਾ ਬਦਲ ਕੇ ਵੇਖੋ ਜ਼ਰਾ। ਅੱਛਾ ਇਹ ਕੱਟ ਕੇ ਬਦਲੀ, ਕਿਸ ਤਰ੍ਹਾਂ ਬਦਲਦੀ ਹੈ? ਨਹੀਂ ਇੰਝ ਫਰਕ ਤੇ ਪਿਆ ਜੀ। ਇੱਕ ਸੈਕਿੰਡ, ਇਸ ਤਰ੍ਹਾਂ ਫਰਕ ਪੈਂਦਾ ਕੁਛ? ਹਾਂਜੀ ਆ ਰੁਕੀ ਆਵਾਜ਼ ਜੀ। ਇਹ ਫਿਰ ਵਿੱਚ ਆਈ, ਥੋੜੀ ਜਿਹੀ ਪਹਿਲਾਂ ਰੁਕ ਗਈ ਸੀ। ਹੁਣ ਠੀਕ ਹੋਇਆ ਜੀ। ਫਿਰ ਤੁਸੀਂ ਕਰੋ, ਫਿਰ ਕੱਟ ਕੇ ਲਾਓ, ਫਿਰ ਮੈਂ ਦੂਸਰੇ ਰੂਮ 'ਚ ਜਾਣਾ। ਠੀਕ ਹੈ ਜੀ, ਠੀਕ ਹੈ ਜੀ। ਲੋ ਜੀ, ਉਹ ਦੁਬਾਰਾ ਸਾਡੇ ਅੱਜ ਦੇ ਅਚੇਚੇ ਪ੍ਰਾਹੁਣੇ ਹਰਜਿੰਦਰ ਕੰਗ ਹਰੀ ਦੁਬਾਰਾ ਸਾਨੂੰ ਜੁਆਇਨ ਕਰਦੇ ਨੇ। ਤਾਂ ਤੱਕ ਉਹਨਾਂ ਦੇ ਬਹੁਤ ਸਾਰੇ ਜਿਹੜੇ ਗੀਤ ਤੁਸੀਂ ਹਰ ਥਾਂ ਤੇ ਸੁਣੇ ਨੇ, ਜਿੱਥੇ ਇੱਥੇ ਪੰਜਾਬੀ ਸੁਣੀ ਤੇ ਬੋਲੀ ਜਾਂਦੀ ਹੈ, ਉਹ ਗੀਤ ਤੁਹਾਡੇ ਲਈ ਨਵੇਂ ਨਹੀਂ, ਲੇਕਿਨ ਮੁਮਕਿਨ ਹੈ ਕਈ ਵਾਰ ਇਹ ਹੁੰਦਾ ਹੈ ਕਿ ਲੋਕਾਂ ਨੂੰ ਪਤਾ ਹੀ ਨਹੀਂ ਚੱਲਦਾ ਕਿ ਏਡੇ ਸੋਹਣੇ ਗੀਤ ਕਿਹੜੀ ਹਸਤੀ ਨੇ ਲਿਖੇ ਨੇ। ਤੇ ਸਾਡਾ ਇਹ ਕੰਮ ਹੈ ਕਿ ਤੁਹਾਨੂੰ ਲੱਭ ਕੇ ਉਹਨਾਂ ਲੋਕਾਂ ਨਾਲ ਮਿਲਾਈਏ ਜਿਹੜੇ ਇਸ ਤਰ੍ਹਾਂ ਦੇ ਸੋਹਣੇ ਵਿਚਾਰਾਂ ਦੇ ਪਿੱਛੇ ਲੁਕੇ ਹੋਏ ਬੇਲੀ ਨੇ। ਤੇ ਉਹਨਾਂ ਦੇ ਬਹੁਤ ਸਾਰੇ ਗੀਤ, ਛਮ ਛਮ ਰੋਣ ਅੱਖੀਆਂ, ਮੇਰੇ ਨਾਂ ਦਾ ਫੁੱਲ ਨਾ ਪਾਵੀਂ, ਤੇ ਜਿਹੜਾ ਸਭ ਤੋਂ ਜ਼ਿਆਦਾ ਮੈਨੂੰ ਪਸੰਦ ਹੈ
ਔਰ ਇੱਧਰ ਇਸ ਲਹਿੰਦੇ ਪੰਜਾਬ 'ਚ ਨਸੀਬੋ ਲਾਲ ਨੇ ਗਾਇਆ ਤੇ ਬਹੁਤ ਮਸ਼ਹੂਰ ਹੋਇਆ, ਆਪਾਂ ਦੋਵੇਂ ਰੁੱਸ ਬੈਠੇ ਤੇ ਮਨਾਓ ਕੌਣ। ਇਹ ਹਰ ਦਿਲ ਦੀ ਆਵਾਜ਼ ਹੈ ਤੇ ਹਰ ਰੁੱਸਣ ਵਾਲਿਆਂ ਨੂੰ ਇਹ ਗੀਤ ਸੁਣਾ ਕੇ ਮਨਾਇਆ ਜਾ ਸਕਦਾ ਹੈ। ਇਹ ਹਰ ਦਿਲ ਦੀ ਵਿੱਚ ਵਸਣ ਵਾਲਾ ਗੀਤਕਾਰ ਸ਼ਾਇਰ ਅੱਜ ਸਾਡਾ ਮਹਿਮਾਨ ਹੈ ਬਲਜਿੰਦਰ ਕਾਂਗੜ। ਤੇ ਅਸੀਂ ਇਹਨਾਂ ਦੇ ਨਾਲ ਅੱਜ ਗੱਲਬਾਤ ਸਾਂਝੀ ਵੀ ਕਰਾਂਗੇ, ਇਹਨਾਂ ਕੋਲ ਗੀਤ ਵੀ ਸੁਣਾਂਗੇ ਔਰ ਇਹ ਵੀ ਪੁੱਛਾਂਗੇ ਕਿ ਉਹ ਅਮਰੀਕਾ ਕਿਉਂ ਜਾ ਬੈਠੇ ਨੇ ਤੇ ਏਡੀ ਦੂਰ ਬਹਿ ਕੇ ਆਪਣੀ ਮਿੱਟੀ ਦੀ ਸਿੱਕ ਕਿਸ ਤਰ੍ਹਾਂ ਮਹਿਸੂਸ ਕਰਦੇ ਨੇ। ਦੂਜਾ ਇਹਨਾਂ ਦੀ ਇੱਕ ਹੋਰ ਵੀ ਇਹਨਾਂ ਦਾ ਵਾਧਾ ਰਿਹਾ ਇਹਨਾਂ ਦੇ ਕਲਾਮ ਦਾ ਕਿ ਬਹੁਤ ਵੱਡੇ ਵੱਡੇ ਲੋਕਾਂ ਨੇ ਇਹਨਾਂ ਦਾ ਕਲਾਮ ਗਾਇਆ। ਹੰਸਰਾਜ ਹੰਸ ਨੇ ਇਹਨਾਂ ਦੇ ਗੀਤ ਗਾਏ, ਇੱਧਰ ਨਸੀਬੋ ਲਾਲ ਨੇ ਗਾਏ ਔਰ ਬਹੁਤ ਜ਼ਿਆਦਾ ਮਕਬੂਲ ਵੀ ਹੋਏ। ਔਰ ਇਹ ਸਾਰਾ ਸ਼ਾਇਦ ਕੋਈ ਕਰਮ ਹੈ, ਕੋਈ ਨੀਅਤ ਦਾ ਫਲ ਹੈ, ਕੋਈ ਅੱਖਰਾਂ ਦੀ ਤਾਕਤ ਹੈ ਜਾਂ ਮਾਂ ਬੋਲੀ ਦੀ ਉਹ ਪਨੀਰੀ ਇਹਨਾਂ ਦੇ ਦਿਲ ਚੁੱਕੀ ਹੈ ਜਿਹੜੀ ਹਰ ਥਾਂ ਜੜ੍ਹਾਂ ਫੜ ਲੈਂਦੀ ਹੈ। ਇਹ ਅਸੀਂ ਅੱਜ ਵਿਚਾਰ ਸਾਂਝੇ ਕਰਾਂਗੇ ਇਹਨਾਂ ਦੇ ਨਾਲ। ਉਹ ਥੋੜੀ ਜਿਹੀ ਕੋਈ ਪ੍ਰੋਬਲਮ ਆ ਰਹੀ ਸੀ ਉੱਧਰ ਔਰ ਉਹ ਅਚਾਨਕ ਹੀ ਆਵਾਜ਼ ਆਉਣੀ ਸ਼ੁਰੂ ਹੋਈ। ਹਾਲਾ ਪਹਿਲਾਂ ਸੀ ਇਹਨੂੰ ਟਰਾਈ ਕਰ ਚੁੱਕੇ ਸੀ ਇੱਕ ਵਾਰੀ, ਅਸੀਂ ਦੁਬਾਰਾ ਕੋਸ਼ਿਸ਼ ਕਰਦੇ ਹਾਂ ਕਿ ਸੁਣਨ ਵਾਲੇ ਜਿਹੜੀ ਆਸ ਲੈ ਕੇ ਆਉਂਦੇ ਨੇ ਉਹ ਨਾਲ ਨਾਲ ਸਾਡੇ ਉਹਨਾਂ ਦੇ ਨਾਮ ਵੀ ਲੈਂਦੇ ਜਾਈਏ। ਸੁਰਜੀਤ ਸਿਰਦੀ ਹਰੀ ਉੱਧਰੋਂ ਸੁਣ ਰਹੇ ਨੇ, ਅਵਤਾਰ ਸਿੰਘ ਔਰ ਜਸ਼ਨ ਸ਼ਰਮਾ ਔਰ ਸਾਡੇ ਲਹਿੰਦੇ ਪੰਜਾਬ ਦੇ ਬਹੁਤ ਹੀ ਸੋਹਣੇ ਸ਼ਾਇਰ ਅਕਰਮ ਰਿਹਾਨ ਹਰੀ ਵੀ ਸੁਣ ਰਹੇ ਨੇ। ਮਹਿਬੂਬ ਸਰਮਦ ਬੜੇ ਖੂਬਸੂਰਤ ਲਹਿਜੇ ਦੇ ਸ਼ਾਇਰ ਔਰ 4 ਕਿਤਾਬਾਂ ਦੇ ਖਾਲਕ ਨੇ। ਮਹਿਬੂਬ ਸਰਮਦ ਉਹ ਵੀ ਸਾਡੇ ਨਾਲ ਨੇ। ਔਰ ਇਹ ਜਿਹੜੇ ਦੋਸਤ ਸਾਡੇ ਨਾਲ ਆਉਂਦੇ ਨੇ ਔਰ ਆਪਣੇ ਵਿਚਾਰ ਸਾਂਝੇ ਕਰਦੇ ਨੇ, ਇਸੇ ਵਜ੍ਹਾ ਤੋਂ ਹੀ ਸਾਨੂੰ ਹੌਸਲਾ ਪੈਂਦਾ ਹੈ ਕਿ ਅਸੀਂ ਇਹਨਾਂ ਲਈ ਐਸੇ ਐਸੇ ਸ਼ਾਇਰ ਔਰ ਗੀਤਕਾਰ ਲੱਭ ਕੇ ਲਿਆਈਏ ਜਿਹੜੇ ਭਾਵੇਂ ਹਸਪਤਾਲ ਦੇ ਦੂਜੇ ਪਾਸੇ ਬੈਠੇ ਨੇ ਔਰ ਭਾਵੇਂ ਅਮਰੀਕਾ 'ਚ ਵਸਦੇ ਪਏ ਨੇ, ਲੇਕਿਨ ਅਸੀਂ ਉਹਨਾਂ ਨੂੰ ਇਹਨਾਂ ਦੇ ਨਾਲ ਸਾਂਝਾ ਕਰੀਏ, ਉਹਨਾਂ ਦੀ ਗੱਲਬਾਤ ਹੋਵੇ। ਔਰ ਇਹੀ ਸਾਨੂੰ ਕੋਸ਼ਿਸ਼ ਔਰ ਚਾਹ ਜਿਹੜੀ ਉਹ ਹਰਜਿੰਦਰ ਕੰਗ ਹੋਰਾਂ ਤੱਕ ਲੈ ਗਈ। ਤੇ ਹਰਜਿੰਦਰ ਹੋਰੀ ਜੀ ਹਰਜਿੰਦਰ ਵੀਰ ਜੀ ਦੁਬਾਰਾ ਆ ਗਏ ਨੇ ਤੇ हाँ जी ਹੁਣ ਕੁਝ ਫਰਕ ਪਿਆ ਜੀ ਸਰ? ਬਿਲਕੁਲ ਸਹੀ ਹੋ ਗਿਆ ਜੀ। ਅੱਛਾ, ਇੰਨੀ ਕੋਸ਼ਿਸ਼ ਕੀਤਿਆਂ ਤੇ ਫਰਕ ਪੈ ਹੀ ਜਾਣਾ ਚਾਹੀਦਾ ਜੀ। ਉਹ ਮੈਂ ਇਸ ਗੱਲ ਤੋਂ ਇੱਕ ਗੱਲ ਮੇਰੇ ਜ਼ਿਹਨ ਚ ਆਈ ਹਰਜਿੰਦਰ ਵੀਰ ਜੀ ਜੀ ਉਹ ਮੈਂ ਦੋਸਤਾਂ ਨਾਲ ਕਰ ਰਿਹਾ ਸੀ ਕਿ ਜਿਵੇਂ ਅਸੀਂ ਸੋਚਿਆ ਕਿ ਜੇ ਇੰਜੀ ਚੱਲਣ ਦਿੱਤਾ ਕਿ ਆਖਰ ਤੱਕ ਇਹ ਆਵਾਜ਼ਾਂ ਸਾਨੂੰ ਤੰਗ ਕਰਦੀਆਂ। ਹਾਂ ਚਲੋ ਮੇਰੇ ਖਿਆਲ ਕੋਸ਼ਿਸ਼ ਕਰੀਏ ਕਿ ਸ਼ੁਰੂ ਤੋਂ ਹੀ ਹਾਂ ਮੇਰੇ ਖਿਆਲ ਆਵਾਜ਼ਾਂ ਵੀ ਆਪਾਂ ਨੂੰ ਸੁਣਨਾ ਚਾਹੁੰਦੀਆਂ ਨੇ। ਵਾਹ ਵਾਹ, ਨਹੀਂ ਮੈਂ ਕਿਹਾ ਜੇ ਸ਼ੁਰੂ ਚ ਹੀ ਬੰਦਾ ਲੱਭ ਲਵੇ ਤੇ ਉਹ ਅਗਲੀ ਜ਼ਿੰਦਗੀ ਸੁਖਾਲੀ ਹੋ ਜਾਂਦੀ। ਹਾਂ ਬਿਲਕੁਲ ਤੇ ਉਹ ਤੁਹਾਡੇ ਮੈਂ ਨਾ ਜੀ ਗੀਤ ਸਾਂਝੇ ਕੀਤੇ ਨੇ ਇਹਨਾਂ ਦੇ ਨਾਲ ਜੀ। ਉਹਦੇ ਬਿਸਰੇ ਕਿ ਪੁੱਛਿਆ ਸੀ ਕਿ ਹਰਜਿੰਦਰ ਹੋਰਾਂ ਨੂੰ ਪੁੱਛਾਂਗੇ ਕਿ ਕੋਈ ਬਰਕਤ ਹੈ, ਕੋਈ ਮਾਂ ਬੋਲੀ ਦੀ ਪਨੀਰੀ ਦੀਆਂ ਜੜ੍ਹਾਂ ਐਸੀਆਂ ਨੇ ਕਿ ਹਰ ਥਾਂ ਪੈਰ ਫੜ ਲੈਂਦੀਆਂ ਨੇ ਕਿ ਜਿਹੜੇ ਤੁਹਾਡੇ ਗੀਤ ਇੰਨੇ ਨੇ ਵੱਡੇ ਲੋਕਾਂ ਨੇ ਗਾਏ ਨੇ ਜੀ। ਔਰ ਇੱਧਰ ਨਸੀਬੋ ਲਾਲ ਨੇ, ਉਧਰ ਹੰਸਰਾਜ ਹੰਸ ਨੇ ਔਰ ਸ਼ਾਇਦ ਸਾਬਰ ਕੋਟੀ ਨਾਮ ਦਾ ਜੀ। ਹਾਂ ਸਾਬਰ ਕੋਟੀ ਵੀ ਬਹੁਤ ਅੱਛਾ ਗਾਉਂਦੇ ਨੇ ਤੇ ਉਹਨਾਂ ਵੀ ਗਾਏ ਨੇ। ਇਹ ਕੀ ਵਜ੍ਹਾ ਸਰ ਜਿਹੜੇ ਇਹ ਕੋਈ ਬਰਕਤ ਹੈ, ਇਹ ਕਲਾਮ ਦੀ ਤਾਕਤ ਹੈ ਤੇ ਸ਼ਬਦ ਆਪ ਉੱਥੇ ਉੱਪਰ ਜਾਂਦੇ ਨੇ ਜਾਂ ਕੋਈ ਨੈਟਵਰਕਿੰਗ ਹੈ ਕਿ ਤੁਹਾਡਾ ਕਲਾਮ ਵੱਡੇ ਵੱਡੇ ਲੋਕਾਂ ਨੇ ਗਾਇਆ? ਹਾਂ ਮੇਰੇ ਖਿਆਲ ਚ ਇਹੀ ਹੈ ਕਿ ਵੱਡੇ ਲੋਕਾਂ ਨੇ ਗਾਇਆ ਔਰ ਜਿਹੜੇ ਬੜੇ ਸੁਰੀਲੇ ਸਰੋਤੇ ਨੇ, ਸੁਣਨ ਵਾਲੇ ਨੇ ਜੀ, ਉਹਨਾਂ ਦੇ ਦਿਲਾਂ ਤੱਕ ਗੱਲ ਗਈ ਹੈ, ਉਹਨਾਂ ਨੇ ਅੱਗੇ ਪਹੁੰਚਾਈ ਹੈ ਤੇ ਉਹਦੇ ਨਾਲ ਹੀ ਮੇਰੇ ਖਿਆਲ ਕਲਾਮ ਹੈ ਜਿਹੜਾ ਵੱਡਾ ਹੁੰਦਾ। ਕਿਉਂਕਿ ਜਦੋਂ
ਲੋਕ ਕਿਸੇ ਚੀਜ਼ ਨੂੰ ਗੁਣਗੁਣਾਉਣ ਲੱਗਦੇ ਨੇ ਨਾ, ਜੀ ਜੀ ਉਦੋਂ ਫਿਰ ਜਿਹੜੀ ਉਹ ਕਵਿਤਾ ਸੰਪੂਰਨ ਹੁੰਦੀ ਹੈ, ਉਹ ਗੀਤ ਸੰਪੂਰਨ ਹੁੰਦਾ ਹੈ। ਤੁਸੀਂ ਕੁਝ ਵੀ ਲਿਖਦੇ ਹੋ ਉਦੋਂ ਹੀ ਸੰਪੂਰਨ ਹੁੰਦਾ ਹੈ। ਬਿਲਕੁਲ ਸਹੀ। ਅੱਛਾ, ਅਸੀਂ ਸੋਚਦੇ ਸਾਂ ਕਿ ਤੁਸੀਂ ਅਮਰੀਕਾ ਜਾ ਵਸੇ ਹੋ ਬੜੇ ਸਾਲ ਪਹਿਲਾਂ, ਲੇਕਿਨ ਮਿੱਟੀ ਦੇ ਨਾਲ ਤੁਹਾਡਾ ਰਿਸ਼ਤਾ ਔਰ ਤਾਲੁਕ ਕਮਜ਼ੋਰ ਨਹੀਂ ਹੋਇਆ। ਉੱਥੇ ਰਹਿ ਕੇ ਵੀ ਤੁਸੀਂ ਜੀ ਇੱਥੇ ਹੀ ਲੱਗਦੇ ਹੋ ਜੀ ਆਪਣੀ ਮਿੱਟੀ ਤੇ। ਇਹਦੀ ਕੀ ਵਜ੍ਹਾ ਹੈ? ਹਾਂ, ਇੱਕ ਮੇਰਾ ਸ਼ੇਰ ਸੀਗਾ ਕਿ ਜਦ ਬੰਦੇ ਨੂੰ ਘਰ ਛੱਡ ਕੇ ਜੀ ਪਰਦੇਸੀ ਹੋਣਾ ਪੈ ਜਾਂਦਾ ਹੈ, ਹਾਂ ਦਿਲ ਦਾ ਇੱਕ ਟੁਕੜਾ ਸੀਨੇ ਵਿੱਚ ਇੱਕ ਵਤਨਾਂ ਵਿੱਚ ਰਹਿ ਜਾਂਦਾ ਹੈ। ਵਾਹ 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 ਵਾਹ, ਦਿਲ ਦਾ ਇੱਕ ਟੁਕੜਾ ਸੀਨੇ ਵਿੱਚ ਇੱਕ ਵਤਨਾਂ ਵਿੱਚ ਰਹਿ ਜਾਂਦਾ ਹੈ। ਕਿਆ ਇੱਕ ਬਾਤ। ਪੈਰ ਹੈ ਦੇਸ਼ ਇੱਕ ਪ੍ਰਦੇਸ਼ ਚ, ਆਪਣਾ ਹਾਲ ਕੀ ਦਸੀਏ। ਇੱਕ ਜੁਗਨੂ ਜੋ ਹਨੇਰੇ ਦੇ ਵਿੱਚ ਜਗਦਾ ਬੁਝਦਾ ਰਹਿ ਜਾਂਦਾ ਹੈ। ਵਾਹ ਕਿ ਵਾਹ, ਕਿ ਰੁਜ਼ਗਾਰ ਦੇ ਪਿੱਛੇ ਪਿੱਛੇ ਬੰਦਾ ਤੁਰਦਾ ਆਵੇ, ਭੁਰਦਾ ਆਵੇ। ਮਾਂ ਮਹਿਬੂਬਾ ਦੇਸ਼ ਜਰਾਨੇ ਕੀ ਕੀ ਛੱਡਣਾ ਪੈ ਜਾਂਦਾ ਹੈ। ਤੇ ਉਹ ਮੈਨੂੰ ਲੱਗਦਾ ਕਿ ਅਸੀਂ ਆਏ ਹੀ ਉਸ ਉਮਰ 'ਚ ਆ, ਉੱਥੇ ਜੋ ਬਣਨਾ ਸੀ ਉਹ ਬਣ ਕੇ ਆਏ ਆ। ਤੇ ਸਾਡੀ ਮਿੱਟੀ ਦੀ ਖੁਸ਼ਬੂ ਜੋ ਸਾਡੀ ਧਰਤੀ ਨੇ ਜੋ ਸਾਨੂੰ ਉੱਥੇ ਦਿੱਤਾ, ਉਹ ਇੰਨਾ ਅਮੀਰ ਵਿਰਸਾ ਦਿੱਤਾ ਹੈ ਕਿ ਸਾਡੇ ਅੰਦਰ ਅੱਜ ਵੀ ਉਵੇਂ ਜਿੰਦਾ ਹੈ, ਉਸੇ ਤਰ੍ਹਾਂ ਧੜਕਦਾ। ਅਸੀਂ ਬੇਸ਼ੱਕ ਪੰਜਾਬ ਘੱਟ ਜਾਈਏ, ਪਰ ਪੰਜਾਬ ਸਾਡੇ ਅੰਦਰ ਹਮੇਸ਼ਾ ਰਹਿੰਦਾ। ਉਹ ਹਮੇਸ਼ਾ ਅੰਦਰ ਸਾਡੇ ਦਿਲ 'ਚ ਧੜਕਦਾ, ਸਾਡੇ ਨਾਲ ਗੱਲਬਾਤ ਕਰਦਾ, ਸਾਡੀ ਰਾਜ਼ੀ ਖੁਸ਼ੀ ਪੁੱਛਦਾ ਰਹਿੰਦਾ, ਅਸੀਂ ਉਹਦੀ ਪੁੱਛਦੇ ਰਹੀਦਾ। ਵਾਹ ਵਾਹ। ਸਾਡੇ ਬੇਲੀ ਜੀ ਮਹਿਬੂਬ ਸਰਮਦ ਬੜੇ ਸੀਨੀਅਰ ਸ਼ਾਇਰ ਨੇ ਇਸ ਪੰਜਾਬ ਦੇ। ਉਹ ਕਹਿੰਦੇ ਮੈਂ ਰੇਲ 'ਚ ਇਹਨਾਂ ਨੂੰ ਪੜ੍ਹਦਾ ਰਿਹਾ ਵਾਂ, ਔਰ ਮੇਰੇ ਵੱਲੋਂ ਕੰਗ ਸਾਹਿਬ ਸਲਾਮ ਕਹੋ, ਮੈਂ ਪੁਰਾਣਾ ਇਹਨਾਂ ਦਾ ਚਾਹੀ ਵਾਹਨ ਆ। ਵਾਹ ਵਾਹ ਜੀ। ਸੋ ਮੇਰੇ ਬਹੁਤ ਸਾਰੇ ਲੋਕ ਤੁਹਾਨੂੰ ਪਿਆਰ ਕਰਦੇ ਨੇ। ਤੇ ਉਹਨਾਂ ਸਾਰੇ ਸੱਜਣਾਂ ਨੂੰ ਦੇਖੋ, ਬੜੇ ਸੱਜਣ ਪਿਆਰੇ ਸਾਡੇ ਮਿੱਤਰ ਦੋਸਤ ਪਾਕਿਸਤਾਨ ਨੇ, ਇਲਿਆਸ ਘੁੰਮਣੂਰੀ ਨੇ, ਨੋਸ਼ੀ ਗਿਲਾਨੀ ਵੀ ਇੱਥੇ ਰਹਿ ਕੇ ਗਏ ਨੇ, ਫਰੂਖ ਤਰਾਜ਼। ਵਾਹ ਕੀ ਬਾਤ ਹੈ, ਫਰੂਖ ਤਰਾਜ਼ ਬਹੁਤ ਸੋਹਣਾ ਸਾਡਾ ਬੇਲੀ ਜੀ। ਹਾਂ, ਇੱਥੇ ਸਾਡੀ ਇੱਕ ਸਾਹਿਤਕ ਸਭਾ ਹੈ, ਉਹਦੇ ਵਿੱਚ ਮੈਂਬਰਸ਼ਿਪ ਕਾਇਦਾ। ਤੇ ਇਲਿਆਸ ਘੁੰਮਣੂਰੀ ਤੇ ਐਮ ਆਸਿਫੁਰੀ, ਉਹ ਵੀ ਲਿਪਿਅੰਤਰ ਕਰਦੇ ਰਹਿੰਦੇ ਨੇ। ਤੌਕੀਰ ਚੁਗਤਾਈ ਕਹਿੰਦੇ। ਸੋ ਬਹੁਤ ਸਾਰੇ ਸੱਜਣ, ਸਾਰਿਆਂ ਤੱਕ ਮੇਰਾ ਸਲਾਮ ਅਦਬ ਹੈ ਜਿਹੜਾ ਉਹ ਪਹੁੰਚੇ, ਸਾਰੀ ਕਲਮਾਂ ਤੱਕ, ਸਾਰੀ ਅਦਬੀ ਦੁਨੀਆ ਤੱਕ। ਅੱਛਾ, ਤੁਸੀਂ ਇਹ ਜਦੋਂ ਦੱਸੋ ਕਿ ਜਿਸ ਤਰ੍ਹਾਂ ਸਾਡੇ ਗੀਤਕਾਰੀ ਨੂੰ ਉਹ ਸ਼ਾਇਰੀ ਦੀ ਆਲਾ ਸਿਨਫ ਨਹੀਂ ਸਮਝਦੇ ਲੋਕ, ਉਹ ਸਮਝਦੇ ਨੇ ਗੀਤ ਲਿਖਣਾ ਬੜਾ ਸੌਖਾ ਹੈ। ਔਰ ਜਿਵੇਂ ਭੇਡ ਚਾਲੇ ਗੀਤਾਂ ਦੇ ਵਿੱਚ ਕੋਈ ਮਕਸਦੀਅਤ ਵੀ ਨਹੀਂ ਲੱਭਦੀ ਅਕਸਰ ਗੀਤਾਂ, ਲੇਕਿਨ ਤੁਹਾਡੇ ਗੀਤ ਦੇ ਗਜ਼ਲਾਂ ਮੰਗਰ ਨੇ, ਉਹਦੇ 'ਚ ਪੂਰਾ ਜਜ਼ਬਾ ਹੈ, ਉਹਦੇ 'ਚ ਪੂਰੀ ਇੱਕ ਤਹਿਰੀਕ ਹੈ। ਇਹਦੀ ਕੀ ਵਜ੍ਹਾ ਹੈ ਕਿ ਆਮ ਗੀਤਾਂ ਤੋਂ ਫਰਕ ਨੇ? ਤੁਸੀਂ ਆਪਣੀ ਮਰਜ਼ੀ ਨਾਲ ਲਿਖੇ ਜਾਂ ਜਿਨ੍ਹਾਂ ਨੇ ਲਿਖਵਾਏ ਉਹਨਾਂ ਦਾ ਹੀ ਏਜੰਡਾ ਇਹ ਸੀ ਕਿ ਬਹੁਤ ਸੋਹਣੇ ਗੀਤ ਹੋਣੇ ਚਾਹੀਦੇ ਨੇ? ਇਹ ਆਮ ਗੀਤਾਂ ਨਾਲ ਫਰਕ ਲੱਗਦੇ ਨੇ, ਕੀ ਵਜ੍ਹਾ ਹੈ? ਹਾਂ, ਮੇਰੀ ਖੁਸ਼ਨਸੀਬੀ ਹੈ ਕਿ ਪਹਿਲਾਂ ਜੁੜੇ ਗਜ਼ਲ ਨਾਲ। ਅੱਛਾ ਵਿੱਚ ਜਦੋਂ ਪੜ੍ਹਦੇ ਸੀਗੇ ਹਾਈ ਸਕੂਲ ਦੇ ਵਿੱਚ, ਉਦੋਂ ਤੋਂ ਹੀ ਨਾ ਮੈਨੂੰ ਕੁਛ ਜਿਹੜੀ ਉਰਦੂ ਗਜ਼ਲ ਹੈ ਉਹਦੇ ਨਾਲ ਵਿਸ਼ੇਸ਼ ਉਹਦੀ ਖਿੱਚ ਸੀ। ਉਹ ਮੈਨੂੰ ਬਹੁਤ ਸੁਣਨ ਨੂੰ ਚੰਗੀ ਲੱਗਦੀ ਸੀ, ਸੰਗੀਤ ਦੇ ਹਵਾਲੇ ਨਾਲ। ਚਾਹੇ ਬੇਸ਼ੱਕ ਉਦੋਂ ਸ਼ਾਇਰੀ ਬੜੀ ਗਹਿਰੀ ਹੁੰਦੀ ਸੀ, ਸਮਝ ਤੇ ਨਹੀਂ ਸੀ ਆਉਂਦੀ ਇੰਨੀ, ਪਰ ਇੱਕ ਓਵਰਆਲ ਜਿਹੜੀ ਸਾਊਂਡ ਹੁੰਦੀ ਨਾ ਪੂਰੇ ਕਲਾਮ ਦੀ, ਉਹ ਕੁਛ ਅਸਰ ਕਰਦੀ ਸੀ। ਜਿਵੇਂ ਪਾਰਾ ਪਾਰਾ ਹੁਆ ਪੈਰਾਹਨ ਨੇ ਜਾਨ, ਇਸ ਤਰ੍ਹਾਂ ਦੀਆਂ ਗਜ਼ਲਾਂ ਜਦੋਂ ਉਦੋਂ ਸੁਣਦਾ ਸੀ ਤਾਂ ਉਹ ਇੱਕ ਅਜੀਬ ਕਿਸਮ ਦਾ ਸਕੂਨ, ਇੱਕ ਲੁਤਫ ਉਹਦੇ ਵਿੱਚ ਆਉਂਦਾ ਸੀ, ਆਨੰਦ ਆਉਂਦਾ ਸੀ, ਇੱਕ ਸ਼ਾਂਤੀ ਮਿਲਦੀ ਸੀ। ਸੋ ਉਹ ਸੁਣਦਾ ਕਿਸੇ ਤਰ੍ਹਾਂ ਮੈਨੂੰ ਲੱਗਦਾ ਪਹਿਲਾਂ ਮੈਂ ਗਜ਼ਲ ਨਾਲ ਹੀ ਜੁੜਿਆ। ਉਹ ਤੋਂ ਬਾਅਦ ਗਜ਼ਲ ਦਾ ਜਿਹੜਾ ਰੂਪ ਵਿਧਾਨ ਹੁੰਦਾ ਹੈ, ਉਹ ਸਾਰਾ ਅਰੂਜ਼ ਦਾ ਜਿਹੜਾ ਹੁੰਦਾ ਹੈ, ਉਹ ਸਾਰਾ ਮੈਂ ਸਿੱਖਿਆ ਬਕਾਇਦਾ। ਗੁਰਦਿਆਲ ਰੋਸ਼ਨ ਹੋਰੀ ਇੱਥੇ ਬੜੇ ਵੱਡੇ ਸ਼ਾਇਰ ਨੇ ਸਾਡੇ, ਉਹਨਾਂ ਪਾਸੋਂ ਦੀਪਕ ਗਜ਼ਲ ਸਕੂਲ ਹੈਗਾ। ਤੇ ਨਾਲ ਵੀ ਉਸ ਤਰ੍ਹਾਂ ਦੀਆਂ ਜਿਹੜੀਆਂ ਪੁਸਤਕਾਂ ਨੇ, ਦੀਪਕ ਜਤੋਈ ਹੋਰਾਂ ਦੀ ਸੀ ਇੱਕ ਗਜ਼ਲ ਕੀ ਹੈ, ਸਾਧੂ ਸਿੰਘ ਹਮਦਰਦ ਹੋਰਾਂ ਦਾ ਥੀਸਿਸ ਸੀਗਾ ਕਿ ਗਜ਼ਲ ਦਾ ਜਨਮ ਤੇ ਵਿਕਾਸ। ਉਹਦੇ ਵਿੱਚ ਸਾਰਾ ਹਿਸਟਰੀ ਹੈਗੀ ਉਰਦੂ ਗਜ਼ਲਕਾਰਾਂ ਦੀ ਵੀ ਤੇ ਪੰਜਾਬੀ ਦੀ। ਤੇ ਡਾਕਟਰ ਨਰੇਸ਼ ਹੋਰ ਜਿੰਨੇ ਵੀ ਕਿਤਾਬਾਂ ਸੀ, ਜ਼ਿਆਦਾਤਰ ਮੈਂ ਉਹ ਸਾਰੀਆਂ ਪੜ੍ਹੀਆਂ ਤਾਂ ਕਿ ਮੈਂ ਪਹਿਲਾਂ ਅਰੂਜ਼ ਦੀ ਸਮਝ ਆਵੇ ਕਿ ਗਜ਼ਲ ਹੈ ਕੀ। ਤੇ ਵੈਸੇ ਸ਼ਾਇਰ ਦਾ ਬੰਦਾ ਸਾਰੀ ਉਮਰ ਹੀ ਨਹੀਂ ਨਾ ਬਣਦਾ। ਵਾਹ ਵਾਹ ਵਾਹ, कि उम्र भर का तजुर्बा है मीर, शायरी उम्र भर नहीं आती। क्या बात है, क्या बात। सो उम्र भर ਬੰਦਾ ਵੈਸੇ ਸ਼ੇਰ ਲੱਭਣ ਦੀ ਕੋਸ਼ਿਸ਼ ਦੇ ਵਿੱਚ ਲਿਖਦਾ ਰਹਿੰਦਾ ਕਿ ਸ਼ਾਇਦ ਉਹਨੂੰ ਚੰਗਾ ਸ਼ੇਰ ਲਿਖਿਆ ਜਾਵੇ। ਸੋ ਇਸ ਤਰ੍ਹਾਂ
ਮੇਰੀ ਜਿਹੜੀ ਸ਼ੁਰੂਆਤ ਹੈ ਨਾ ਉਹ ਗਜ਼ਲ ਤੋਂ ਹੀ ਹੋਈ ਆ। ਗਜ਼ਲ ਦੀਆਂ ਮੇਰੀਆਂ ਪਹਿਲਾਂ ਕਿਤਾਬਾਂ ਛਪੀਆਂ ਨੇ, ਤੇ ਇਸ ਦੌਰਾਨ ਜੀ ਜੀ ਇਸ ਤਰ੍ਹਾਂ ਦੀ ਗੱਲ ਹੁੰਦੀ ਰਹਿੰਦੀ ਸੀ ਵੀ ਜਿਹੜੇ ਗੀਤ, ਜਿਵੇਂ ਤੁਸੀਂ ਗੱਲ ਕੀਤੀ ਨਾ ਵੀ ਦੂਜੇ ਦਰਜੇ ਦਾ ਸਾਹਿਤ, ਜਾਂ ਜੀ ਉਹਦੇ ਜੀ ਪ੍ਰਤੀ ਇੰਨੀ ਸੰਜੀਦਗੀ ਜਾਂ ਗੰਭੀਰਤਾ ਦੇ ਨਾਲ ਨਹੀਂ ਸੀ ਲੋਕ ਲੈਂਦੇ। ਤੇ ਮੈਨੂੰ ਇਹ ਸੀ ਵੀ ਜੇ ਇਹ ਦੂਜੇ ਦਰਜੇ ਦਾ ਸਾਹਿਤ ਆ, ਤੇ ਗੀਤ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ, ਇਹਦੇ ਵਿੱਚ ਤੁਸੀਂ ਜਾਂ ਤਾਂ ਆਪ ਲਿਖੋ ਨਾ, ਜਿਹੜੇ ਸਾਹਿਤਕਾਰ ਉਹਨਾਂ ਨੂੰ ਕੁਝ ਯੋਗਦਾਨ ਪਾਉਣਾ ਚਾਹੀਦਾ, ਤੇ ਗੀਤ ਇਸ ਤਰ੍ਹਾਂ ਦੇ ਹੋਣੇ ਚਾਹੀਦੇ। ਤੇ ਇਸ ਕਰਕੇ ਫਿਰ ਮੈਂ ਇਸ ਮਤਲਬ ਕੁਝ ਗੀਤ ਆ ਜਿਹੜੇ ਉਸ ਤਰ੍ਹਾਂ ਦੇ ਲਿਖੇ, ਕਿਉਂਕਿ ਕੁਝ ਵਿਸ਼ੇ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਗੀਤ ਦੇ ਵਿੱਚ ਨਿਭਾਏ ਜਾ ਸਕਦੇ ਨੇ, ਉਹਦੇ ਵਿੱਚ ਹੀ ਉਹ ਗੱਲ ਹੈ ਜਿਹੜੀ ਕੀਤੀ ਜਾ ਸਕਦੀ ਹੈ। ਤੇ ਮੇਰੀ ਖੁਸ਼ਕਿਸਮਤੀ ਇਹ ਰਹੀ ਹੈ ਕਿ ਮੈਨੂੰ ਗੁਲੂਕਾਰ ਜਿਹੜੇ ਗਾਉਣ ਵਾਲੇ ਉਹ ਵੀ ਬੜੇ ਉੱਚ ਮਾਲੜੇ ਜਿਹੜੇ ਮਿਲੇ ਨੇ। ਜਨਾਬ ਹੰਸਰਾਜ ਹੰਸ ਹੋਣੀ, ਸਾਬਰ ਕੋਟੀ ਹੋਣੀ, ਗਿੱਲ ਹਰਦੀਪ, ਸੋ ਬਹੁਤ ਚੰਗੇ ਚੰਗੇ ਜਿਹੜੇ ਗਾਉਣ ਵਾਲੇ ਨੇ, ਜਿਨ੍ਹਾਂ ਦੀ ਸੋਚ ਵੀ ਬੜੀ ਬੁਲੰਦ ਹੈ ਤੇ ਸ਼ਾਇਰੀ ਦੇ ਨਾਲ ਬੜੇ ਵਾਬਸਤਾ ਨੇ ਉਹ। ਤੇ ਇਸ ਕਰਕੇ ਮੇਰੇ ਖਿਆਲ ਗਾਣੇ ਲੋਕਾਂ ਨੂੰ ਵੀ ਕਬੂਲ ਹੋਏ, ਤੇ ਉਹਨਾਂ ਵਿੱਚ ਰੰਗ ਆ ਥੋੜਾ ਗਜ਼ਲ ਦਾ। ਨਹੀਂ, ਮੈਨੂੰ ਲੱਗਾ ਸੀ ਜੀ ਗਜ਼ਲ ਪੁੱਛਿਆ ਤੇ ਬੜੀ ਸੋਹਣੀ ਗੱਲ ਦੀ, ਗਜ਼ਲ ਵੀ ਬੜੀ ਸੋਹਣੀ ਲਿਖਦੇ ਹੋ। ਔਰ ਮੈਂ ਇੰਟਰਵਿਊ ਦੇਖ ਰਿਹਾ ਸੀ, ਤੁਹਾਡੀ ਪਹਿਲੀ ਕਿਤਾਬ 1992 ਛਪੀ, ਉਹ ਗਜ਼ਲਾਂ ਦੀ। ਤੇ ਅਕਸਰ ਲੋਕ ਗੀਤਾਂ ਤੋਂ ਗਜ਼ਲਾਂ ਵੱਲ ਜਾਂਦੇ ਨੇ, ਤੁਹਾਡਾ ਸਫ਼ਰ ਗਜ਼ਲ ਤੋਂ ਗੀਤ ਤੱਕ ਦਾ। ਤੇ ਤੁਹਾਨੂੰ ਕੀ ਲੱਗਦਾ ਸਰ ਕਿ ਕਿਹੜਾ ਤੁਹਾਡਾ ਐਸਾ ਵਿਚਾਰ ਸਨ ਜਿਹੜੇ ਗਜ਼ਲ 'ਚ ਨਹੀਂ ਸੀ ਪੂਰੇ ਹੁੰਦੇ, ਤੁਹਾਨੂੰ ਲੱਗਾ ਕਿ ਗੀਤ ਦੇ ਵਿੱਚ ਦਾ ਖਿਲਾਰ ਪੂਰਾ ਹੁੰਦਾ ਹੈ? ਗੀਤ ਦੇ ਵੱਲ ਕਿਵੇਂ ਸੋਚਿਆ? ਹਾਂ, ਇੱਕ ਤਾਂ ਇਹ ਆ, ਮੈਨੂੰ ਲੱਗਦਾ ਵੀ ਜਿਹੜਾ ਗੀਤ ਹੈ ਨਾ ਉਹ ਲੋਕਾਂ ਦੇ ਦਿਲਾਂ ਦੇ ਬਹੁਤ ਨੇੜੇ ਹੈ। ਉਹ ਲੋਕਾਂ ਦੀ ਗੱਲ ਉਹਦੇ ਵਿੱਚ ਬੜੇ ਸਰਲ ਢੰਗ ਨਾਲ, ਸਹਿਜ ਢੰਗ ਨਾਲ ਉਹ ਕਹੀ ਜਾ ਸਕਦੀ ਹੈ, ਉਹਨੂੰ ਜਿਹੜੀ ਜਲਦੀ ਸਮਝ ਆ ਜਾਂਦੀ ਹੈ। ਔਰ ਗੀਤ ਹੈ ਜਿਹੜਾ ਦੂਰ ਤੱਕ ਪਹੁੰਚ ਜਾਂਦਾ ਹੈ ਔਰ ਜਲਦੀ ਪਹੁੰਚ ਜਾਂਦਾ ਹੈ। ਵਾਹ। ਤੇ ਜਿਹੜਾ ਸਾਹਿਤ ਹੈਗਾ ਉਹ ਪਹੁੰਚਦਾ ਤਾਂ ਹੈ, ਪਰ ਥੋੜਾ ਉਹਦੀ ਮੇਰੇ ਲੱਗਦਾ ਹੌਲੀ ਹੌਲੀ ਪਹੁੰਚਦਾ, ਥੋੜੀ ਦੇਰ ਲੱਗਦੀ। ਔਰ ਸ਼ਾਇਦ ਖਾਸ ਲੋਕਾਂ ਤੱਕ, ਫਿਰ ਆਮ ਲੋਕਾਈ ਤੱਕ ਉਸ ਤਰ੍ਹਾਂ ਪਹੁੰਚਾਉਂਦਾ। ਅੱਛਾ, ਤੁਹਾਡੇ ਬਹੁਤ ਸਾਰੇ ਗੀਤ ਨੇ ਜਿਹੜੇ ਲੋਕ ਨਾ ਜੀ ਲੋਕ ਗੀਤ ਸਮਝਦੇ ਨੇ ਜੀ, ਉਹ ਅੱਜ ਕਈ ਸਾਲਾਂ ਨੂੰ ਬੰਦੇ ਨੂੰ ਪਤਾ ਲੱਗਿਆ ਹੋਏਗਾ ਕਿ ਇਹਨਾਂ ਗੀਤਾਂ ਦੇ ਖਾਲਕ ਜਿਹੜੇ ਨੇ ਉਹ ਰਜਿੰਦਰ ਕਾਂਗੜ ਹੀ ਨੇ, ਕਿਉਂਕਿ ਇੰਨੇ ਉਹ ਪਪੂਲਰ ਨੇ। ਔਰ ਹਰ ਦਿਲ ਦੀ ਆਵਾਜ਼, ਦੇਖੋ ਤੁਸੀਂ ਮਾਂ ਬੋਲੀ ਦੀ ਗੱਲ ਕੀਤੀ ਹੈ ਕਿ ਆਪਣੀ ਪਛਾਣ ਵਾਲਾ ਦੀਵਾ ਨਾ ਬੁਝਾ ਦਿਓ, ਦੇਖਿਓ ਪੰਜਾਬੀ ਉਹ ਪੰਜਾਬੀ ਨਾ ਭੁਲਾ ਦਿਓ। ਮੈਨੂੰ ਲੱਗਦਾ ਕਿ ਮੇਰੀ ਪੂਰੀ ਜ਼ਿੰਦਗੀ ਦੀ ਜਿਹੜੀ ਪੰਜਾਬੀ ਦੀ ਸਟਰਗਲ ਹੈ ਉਹ ਇਹਦੇ ਚ ਤੁਸੀਂ ਲਗਾ ਦਿੱਤੀ, ਇਹਦੇ ਚ ਭਰ ਦਿੱਤੀ ਹੈ ਕਿ ਪੰਜਾਬੀਆਂ ਨੂੰ ਪੂਰਾ ਕਿਵੇਂ ਹੈ। ਤੇ ਮੈਂ ਸਮਝਦਾ ਗੀਤਕਾਰ ਦਾ ਅਹਿਸਾਨ ਹੁੰਦਾ ਹੈ ਕਿ ਉਹ ਲੁਕਾਈ ਦੀ ਉਹਨਾਂ ਜਜ਼ਬਿਆਂ ਨੂੰ ਜ਼ਬਾਨ ਬਖਸ਼ਦਾ ਹੈ ਜਿਹੜੇ ਉਹਦੇ ਅੰਦਰ ਪੂਰੀ ਜ਼ਿੰਦਗੀ ਰਹੇ ਨੇ ਜੀ, ਉਹ ਇਕੱਠਾ ਕਰਕੇ ਚੰਦ ਲਫ਼ਜ਼ਾਂ 'ਚ ਬਣਾ ਦਿੰਦਾ। ਤੇ ਮੈਂ ਚਾਹਾਂਗਾ ਕਿ ਤੁਸੀਂ ਕੋਈ ਆਪਣੀ ਗਜ਼ਲ ਸਾਂਝੀ ਕਰੋ ਬੇਲੀਆਂ ਨਾਲ, ਤੇ ਤੁਹਾਡੀ ਗਜ਼ਲ ਤੋਂ ਇੱਕ ਗਜ਼ਲ ਮੇਰੀ ਹੈ ਕਿ ਪਿੰਜਰੇ ਦਾ ਮੂੰਹ ਹਵਾ ਵਿੱਚ ਅੱਡਿਆ ਹੀ ਰਹਿ ਗਿਆ। ਪਿੰਜਰੇ ਦਾ ਮੂੰਹ ਹਵਾ ਵਿੱਚ ਅੱਡਿਆ ਹੀ ਰਹਿ ਗਿਆ, ਸੱਤ ਰੰਗੀ ਪੀਂਘ ਤੇ ਚਿੜੀਆਂ ਦਾ ਚੰਬਾ ਬਹਿ ਗਿਆ। ਵਾਹ, ਸੱਤ ਰੰਗੀ ਪੀਂਘ ਤੇ ਚਿੜੀਆਂ ਦਾ ਚੰਬਾ ਬਹਿ ਗਿਆ। ਵਾਹ। ਫਿਰ ਕਰੁੰਬਲ ਫੁੱਟ ਪਈ ਝੱਖੜ ਦੇ ਝੰਬੇ ਬਿਰਖ ਤੇ। ਫਿਰ ਕਰੁੰਬਲ ਫੁੱਟ ਪਈ ਝੱਖੜ ਦੇ ਝੰਬੇ ਬਿਰਖ ਤੇ, ਵਹਿਮ ਸੀ ਝੱਖੜ ਨੂੰ ਉਹ ਸਭ ਕੁਝ ਉਡਾ ਕੇ ਲੈ ਗਿਆ। ਵਾਹ। ਕਿ ਦਰਦ ਟੁੱਟੇ ਚੂੜਿਆਂ ਦਾ ਜਦ ਨਾ ਹੋ ਸਕਿਆ ਬਿਆਨ, ਦਰਦ ਟੁੱਟੇ ਚੂੜਿਆਂ ਦਾ ਜਦ ਨਾ ਹੋ ਸਕਿਆ ਬਿਆਨ, ਇੱਕ ਪਰਿੰਦਾ ਉੱਡ ਕੇ ਬਲ ਦੀ ਚਿਤਾ ਤੇ ਬਹਿ ਗਿਆ। ਵਾਹ। ਇੱਕ ਪਰਿੰਦਾ ਉੱਡ ਕੇ ਬਲ ਦੀ ਚਿਤਾ ਤੇ ਬਹਿ ਗਿਆ। ਕਿ ਧਰਤ ਵਰਗਾ ਆਸਰਾ ਉਹ ਖੁੱਸ ਗਿਆ ਤਾਂ ਘਰ ਮੇਰਾ। ਧਰਤ ਵਰਗਾ ਆਸਰਾ ਉਹ ਖੁੱਸ ਗਿਆ ਤਾਂ ਘਰ ਮੇਰਾ, ਸੀ ਅਜੇ ਅੱਧਾ ਵੀ ਨਾ ਬਣਿਆ ਜੋ ਪੂਰਾ ਢਹਿ ਗਿਆ। ਵਾਹ। ਇਹਦਾ ਫਿਰ ਪੜਿਓ ਜੀ, ਸੀ ਅਜੇ ਅੱਧਾ ਵੀ ਬਣਿਆ। ਧਰਤ ਵਰਗਾ ਆਸਰਾ ਉਹ ਖੁੱਸ ਗਿਆ ਤਾਂ ਘਰ ਮੇਰਾ, ਸੀ ਅਜੇ ਅੱਧਾ ਵੀ ਨਾ ਬਣਿਆ ਜੋ ਪੂਰਾ ਢਹਿ ਗਿਆ। ਕਿ ਪਿੰਜਰੇ ਦਾ ਮੂੰਹ ਹਵਾ ਵਿੱਚ ਅੱਡਿਆ ਹੀ ਰਹਿ ਗਿਆ, ਸੱਤ ਰੰਗੀ ਪੀਂਘ ਤੇ ਚਿੜੀਆਂ ਦਾ ਚੰਬਾ ਬਹਿ ਗਿਆ। ਵਾਹ। ਅੱਛਾ, ਤੁਹਾਡੀਆਂ ਇਹ 3 ਕਿਤਾਬਾਂ ਤੁਹਾਡੀਆਂ ਛਪੀਆਂ ਨੇ ਜੀ? ਹਾਂਜੀ, 3 ਕਿਤਾਬਾਂ ਹੈਗੀਆਂ ਨੇ, ਕਵਿਤਾਵਾਂ ਗਜ਼ਲਾਂ ਦੀਆਂ। ਠੀਕ ਹੈ ਜੀ। ਇੱਕ ਹੈਗੀ ਹੈ ਗੀਤਾਂ, ਤੁਸੀਂ ਚੁੱਕੇ ਆਪਾਂ ਦੋਵੇਂ ਰੁੱਸ ਬੈਠੇ ਹੋ, ਗੀਤਾਂ ਦੀ ਕਿਤਾਬ। ਵਾਹ। ਅੱਛਾ, ਨਾ ਹੀ ਇਹ ਕਿਤਾਬ ਦਾ ਜੀ, ਆਪਾਂ ਦੋਵੇਂ ਰੁੱਸ ਬੈਠੇ। ਆਪਾਂ ਦੋਵੇਂ ਰੁੱਸ ਬੈਠੇ, ਨਾ ਹੀ ਇਹ। ਵਾਹ। ਕਿਆ ਉਹ ਜਿਹੜਾ ਤੁਸੀਂ ਮਨਾਓ ਕੌਣ ਹੈ ਨਾ ਜੀ, ਮਨਾਓ ਚ ਜਿਹੜੀ ਅਪਣਾਈ ਹੈ ਤੇ ਜਿਹੜੀ ਬੇਤਕਲਫੀ ਹੈ,
ਮੈਂ ਤੁਹਾਡੇ ਜਦੋਂ ਤੁਸੀਂ ਉਹ ਦੂਸਰੇ ਕਮਰੇ ਸ਼ਿਫਟ ਕਰ ਰਹੇ ਸੋ ਜੀ ਤੇ ਮੈਂ ਲੋਕਾਂ ਨੂੰ ਕਿਹਾ ਕਿ ਹਰਜਿੰਦਰ ਕਾਂਗਰੀ ਕਿ ਇੱਕ ਪੁੰਨ ਦਾ ਕੰਮ ਕਰ ਰਹੇ ਨੇ ਕਿ ਕਈ ਰੁੱਸਣ ਵਾਲਿਆਂ ਨੂੰ ਇਹ ਗੀਤ ਸੁਣਾ ਕੇ ਮਨਾਇਆ ਜਾ ਸਕਦਾ ਹੈ, ਰੁੱਸਣ ਤੋਂ ਮੋੜਿਆ ਜਾ ਸਕਦਾ। ਇਹ ਮਨਾਇਆ ਦਿਲਾਂ ਨੂੰ ਜਿਹੜਾ ਜਦੋਂ ਗੀਤ ਆਇਆ ਜੋੜਨ ਵਾਲਾ ਮਾਰਕੀਟ ਦੇ ਵਿੱਚ, ਜਦੋਂ ਗੀਤ ਆਇਆ ਰਿਕਾਰਡ ਹੋ ਕੇ, ਤਾਂ ਮੈਨੂੰ ਹੰਸਰਾਜ ਹੰਸ ਨੇ ਦੱਸਿਆ ਵੀ ਸੀ ਕਿ ਉਹਨਾਂ ਨੂੰ ਬਕਾਇਦਾ ਲੋਕਾਂ ਦੀਆਂ ਚਿੱਠੀਆਂ ਆਈਆਂ ਨੇ ਕਿ ਸਾਡੀ ਘਰ 'ਚ ਲੜਾਈ ਹੋ ਗਈ ਜਾਂ ਇੱਕ ਦੂਸਰੇ ਨਾਲ ਅਸੀਂ ਗੁੱਸੇ ਹੋ ਗਏ, ਤਾਂ ਇਸ ਗੀਤ ਦੇ ਜ਼ਰੀਏ ਅਸੀਂ ਮੰਨ ਗਏ। ਵਾਹ ਵਾਹ ਵਾਹ, ਨਹੀਂ ਜੀ ਅਸੀਂ ਵੀ ਇਸ ਗੀਤ ਤੋਂ ਹੀ ਕੰਮ ਲਵਾਂ ਕਰਾਂਗੇ। ਕਿਤੇ ਕਿਤੇ ਮੈਂ ਝੂਠਾ ਵੀ ਗੁੱਸੇ ਹੋ ਰਿਹਾ ਕਰੋ, ਨਾਲੇ ਗਾਣਾ ਸੁਣ ਲਿਆ ਕਰੋ। ਅੱਛਾ ਕਹਿੰਦੇ ਜੀ ਗੱਲ ਦੱਸੋ, ਤੁਸੀਂ ਕਿਉਂਕਿ ਅਮਰੀਕਾ 'ਚ ਬੈਠੇ ਹੋ ਔਰ ਨਾਲ ਨਾਲ ਕੰਮ ਵੀ ਕਰ ਰਹੇ ਹੋ, ਜਿਹੜਾ ਸ਼ਾਇਰਾਂ ਦਾ ਆਖਰ ਹੁੰਦਾ ਹੈ ਕਿ ਕੋਈ ਕੰਮ ਨਹੀਂ ਕਰਦੇ ਔਰ ਸ਼ਾਇਰ ਸਿਰਫ ਸ਼ਾਇਰ ਹੀ ਹੁੰਦਾ ਹੈ ਔਰ ਸ਼ਾਇਦ ਉਹਨਾਂ ਫਾਲ ਬੰਦਾ ਨਹੀਂ ਹੁੰਦਾ ਮੁਆਸ਼ਰੇ 'ਚ, ਕਿ ਤੁਸੀਂ ਨਾਲ ਨਾਲ ਕੰਮ ਵੀ ਕਰ ਰਹੇ ਹੋ, ਜ਼ਿੰਮੇਵਾਰੀ ਵੀ ਨਿਭਾ ਰਹੇ ਹੋ, ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਹਾਂਜੀ ਹਾਂਜੀ, ਉਹ ਮੈਂ ਕਹਿਣਾ ਚਾਹੁੰਦਾ ਸਰ, ਤੁਸੀਂ ਜਿਵੇਂ ਕਹਿੰਦੇ ਗੀਤਕਾਰ ਨੂੰ ਮੁਆਵਜ਼ਾ ਨਹੀਂ ਮਿਲਦਾ, ਉਹਨਾਂ ਜਿੰਨਾ ਕਿ ਗਾਉਣ ਵਾਲੇ ਨੂੰ ਮਿਲਦਾ ਹੈ ਉਹਨੂੰ ਫਿਰ ਰੋਜ਼ੀ ਰੋਟੀ ਲਈ ਕੁਝ ਹੋਰ ਕਰਨਾ ਪੈਂਦਾ ਨਾਲ। ਹਾਂ, ਉਹ ਫਿਰ ਮੈਂ ਪੋਸਟ ਆਫਿਸ 'ਚ ਕੰਮ ਕਰਦਾ, ਤੇ ਕਿਉਂਕਿ ਪੰਜਾਬੀ ਦੇ ਵਿੱਚ ਮੇਰੇ ਖਿਆਲ 'ਚ ਇਸੇ ਕਰਕੇ ਫਕੀਰਾਂ ਨੇ ਜ਼ਿਆਦਾ ਲਿਖਿਆ, ਕਿਉਂਕਿ ਇਹਦੇ ਵਿੱਚ ਫਿਰ ਰੋਟੀ ਰੋਜ਼ੀ ਦਾ ਮਸਲਾ ਜਿਹੜਾ ਨਾਲ ਬਣਿਆ ਰਹਿੰਦਾ। ਹਾਂਜੀ, ਗਾਇਕ ਨੇ ਜਿਹੜੇ, ਕਿਉਂਕਿ ਉਹਨਾਂ ਨੇ ਪ੍ਰੋਗਰਾਮ ਕਰਨੇ ਹੁੰਦੇ ਨੇ, ਲੋਕਾਂ ਤੱਕ ਉਹਨਾਂ ਨੇ ਚੀਜ਼ ਲੈ ਕੇ ਜਾਣੀ ਹੁੰਦੀ ਹੈ, ਇਸ ਕਰਕੇ ਉਹਨਾਂ ਦੇ ਨਾਂ ਦੇ ਨਾਲ ਜ਼ਿਆਦਾ ਜੁੜ ਜਾਂਦੀ ਚੀਜ਼। ਸ਼ਾਇਰ ਨੇ ਤਾਂ ਇੱਕ ਵਾਰੀ ਲਿਖ ਕੇ ਤੇ ਉਹਨਾਂ ਨੂੰ ਦੇ ਦੇਣੀ, ਤੇ ਦੂਸਰਾ ਵੀ ਕੁਝ ਹੈ ਵੀ ਇਸ ਤਰ੍ਹਾਂ ਦਾ ਮਾਹੌਲ ਵੀ ਇਦਾਂ ਦਾ ਹੈ ਕਿ ਸ਼ਾਇਰ ਹੈ ਜਿਹੜਾ, ਉਹਦਾ ਨਾਂ ਥੋੜਾ ਪਿੱਛੇ ਹੀ ਰਹਿ ਜਾਂਦਾ। ਅੱਛਾ, ਬੇਲੀ ਕਹਿ ਰਹੇ ਨੇ ਤੁਹਾਡੀ ਆਵਾਜ਼ ਜਰਾ ਘੱਟ ਆ ਰਹੀ ਹੈ। ਉਹ ਇਹ ਆਵਾਜ਼ ਚੱਕਰ ਹੈ, ਤੁਹਾਡੀ ਵਿੱਚ ਕੱਟ ਜਾਂਦੀ ਹੈ, ਚਲੋ ਆਪਾਂ ਐਂ ਲੱਗੇ ਰਹਿੰਦੇ ਹੁਣ। ਹਾਂ ਕੋਈ ਨਹੀਂ, ਫਿਰ ਹੁਣ ਕੋਸ਼ਿਸ਼ ਤੇ ਬੜੀ ਕੀਤੀ ਅਸਾਂ, ਲੇਕਿਨ ਇਹ ਹਰ ਔਕੜ ਤੋਂ ਬਾਅਦ ਹੀ ਸੌਕੜ ਹੈ, ਤੇ ਇਹ ਇਸੇ ਨੂੰ ਵਿੱਚੋਂ ਹੀ ਲੱਭਣਾ ਪੈਗਾਮ ਇਹਦੇ ਚੋਂ। ਅੱਛਾ, ਮੈਂ ਇਹ ਚਾਹਾਂਗਾ ਜੀ ਤੁਹਾਡੀ ਇੱਕ ਮਾਂ ਦੇ ਹਵਾਲੇ ਨਾਲ ਬਹੁਤ ਸੋਹਣੀ ਤੁਹਾਡੀ ਗਜ਼ਲ ਹੈ, ਮਾਂ ਦੇ ਹਵਾਲੇ ਨਾਲ ਜਰਾ ਸਾਂਝੀ ਕਰੋ ਬੇਲੀਆਂ ਨਾਲ, ਤਾਂ ਕਿ ਮਾਂ ਬੋਲੀ ਦੀ ਗੱਲ ਹੋ ਰਹੀ ਕੀਤੀ ਵੀ ਤੇ ਮਾਂ ਦਾ ਵੀ ਜੀ, ਮੈਂ ਸੁਣੀ ਸੀ ਤੇ ਮੈਨੂੰ ਬਹੁਤ ਪਸੰਦ ਆਈ ਸੀ। ਉਹ ਇਸ ਤਰ੍ਹਾਂ ਸੀ ਕਿ ਆਲੇ ਦੁਆਲੇ ਜਦੋਂ ਤੁਸੀਂ ਮਾਹੌਲ ਦੇਖਦੇ ਹੋ ਨਾ, ਜਿਸ ਤਰ੍ਹਾਂ ਦਾ ਬਣਿਆ ਹੋਇਆ ਹੈ, ਤੇ ਜਿਹੜੇ ਮਾਂ ਪਿਓ ਤੁਹਾਨੂੰ ਪਾਲਦੇ ਨੇ, ਪੜ੍ਹਾਉਂਦੇ ਨੇ, ਵੱਡੇ ਕਰਦੇ ਨੇ, ਤੁਹਾਡੇ ਵਾਸਤੇ ਹਰ ਤਰ੍ਹਾਂ ਦਾ ਯਤਨ ਕਰਦੇ ਨੇ, ਆਪਣਾ ਪੇਟ ਕੱਟ ਕੇ ਪਾਲਦੇ ਨੇ, ਤੇ ਜਦੋਂ ਬਜ਼ੁਰਗ ਹਾਲਤ ਵਿੱਚ ਜਾਂਦੇ ਨੇ ਤਾਂ ਉਹਨਾਂ ਦੀ ਬੜੀ ਮਾੜੀ ਹਾਲਤ ਜਦੋਂ ਦੇਖੀ ਕੁਝ ਮਾਵਾਂ ਦੀ, ਉਦੋਂ ਫਿਰ ਇਹ ਰਵਾਈ ਹੈ ਜਿਹੜੀ ਮੈਂ ਲਿਖੀ ਕਿ ਪੱਤਾ ਪੱਤਾ ਕਿਰਦੀ ਠੰਡੀ ਛਾਂ ਬੈਠੀ ਹੈ। ਵਾਹ ਵਾਹ ਵਾਹ, ਪੱਤਾ ਪੱਤਾ ਕਿਰਦੀ, ਪੱਤਾ ਪੱਤਾ ਕਿਰਦੀ ਠੰਡੀ ਛਾਂ ਬੈਠੀ ਹੈ, ਘਰ ਦੇ ਇੱਕ ਖੂੰਜੇ ਵਿੱਚ ਬੁੱਢੀ ਮਾਂ ਬੈਠੀ ਹੈ। ਖੂੰਜਾ ਕਾਰਨਰ ਨੂੰ ਕਹਿੰਦੇ ਨੇ, ਕਿ ਪੱਤਾ ਪੱਤਾ ਕਿਰਦੀ ਠੰਡੀ ਛਾਂ ਬੈਠੀ ਹੈ, ਘਰ ਦੇ ਖੂੰਜੇ ਵਿੱਚ ਬੁੱਢੀ ਮਾਂ ਬੈਠੀ ਹੈ, ਕਿ ਮਾਲਕ ਘਰ ਦੀ ਇਹ ਰਾਣੀ ਪਟਰਾਣੀ ਏ, ਮਾਲਕ ਘਰ ਦੀ ਇਹ ਰਾਣੀ ਪਟਰਾਣੀ ਏ, ਕਿਹੜੇ ਥਾਂ ਹੁੰਦੀ ਸੀ, ਕਿਹੜੇ ਥਾਂ ਬੈਠੀ ਹੈ। ਵਾਹ ਵਾਹ ਵਾਹ, ਕਿਹੜੇ ਥਾਂ ਹੁੰਦੀ ਸੀ, ਕਿਹੜੇ ਥਾਂ ਬੈਠੀ ਹੈ। ਇਸ ਦਾ ਬਾਗ ਬਗੀਚਾ ਇੰਨਾ ਵਧੀਆ ਫੁੱਲਿਆ, ਇਸ ਦਾ ਬਾਗ ਬਗੀਚਾ ਇੰਨਾ ਵਧੀਆ ਫੁੱਲਿਆ, ਥਾਂ ਇਹਦੇ ਲਈ ਬਚੀ ਨਾ ਇੱਥੇ ਤਾਂ ਬੈਠੀ ਹੈ। ਵਾਹ 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 ਵਾਹ, ਕਿ ਬਾਂਹ ਛੱਡ ਦਿੱਤੀ ਇਸ ਦੀ ਘਰ ਦੇ ਜੀਆਂ ਕੰਗ, ਮੌਤ ਕੁਲੈਣੀ ਦੀ ਫੜ ਕੇ ਬਾਂਹ ਬੈਠੀ ਹੈ, ਪੱਤਾ ਪੱਤਾ ਕਿਰਦੀ ਠੰਡੀ ਛਾਂ ਬੈਠੀ ਹੈ, ਘਰ ਦੇ ਖੂੰਜੇ ਵਿੱਚ ਬੁੱਢੀ ਮਾਂ ਬੈਠੀ ਹੈ। ਹਾਂ ਹਾਂ, ਵਾਹ 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 ਵਾਹ, ਉਹ ਬੜੀ ਪਿਆਰੀ ਜੀ, ਇਹ ਤੁਸੀਂ ਕਮਾਲ ਅਕਾਸੀ ਕੀਤੀ ਹੈ ਸਾਡੇ ਸਮਾਜ ਦੀ, ਤੇ ਉਹ ਸਿਲਸਿਲਾ ਜਿਹੜਾ ਹੈ ਇਹ ਬਹੁਤ ਹੀ ਅੱਗੇ ਤੱਕ ਗਿਆ ਸਾਰਾ ਨਾ ਜੀ। ਜੀ ਅਸੀਂ ਸਮਝਦੇ ਹਾਂ ਕਿ ਜਿਹੜੇ ਗੀਤ ਨੇ ਤੁਹਾਡੇ ਬੇਲੀ ਕਮਾਲ ਕਮਾਲ ਵੀ ਕਹਿ ਰਹੇ ਨੇ ਕਿ ਕੌਣ ਸੁਣੇਗਾ ਚੱਲਿਆ ਤੇਰਾ ਰੋਣਾ ਰਾਤਾਂ ਨੂੰ, ਉਹ ਕਹਿੰਦੇ ਜੀ ਇਹ ਜ਼ਰੂਰ ਇਹਨਾਂ ਕੋਲੋਂ, ਇਹ ਅਸਲ ਚ ਕੌਣ ਸੁਣੇਗਾ ਚੱਲਿਆ, ਇਹ ਬਹੁਤ ਸਾਰੇ ਸੱਜਣਾ ਨੇ ਅਗਰ ਤੁਹਾਨੂੰ ਯਾਦ ਹੋਵੇ ਗਜ਼ਲ ਗਾਈ ਵੀ ਹੈ ਤੇ ਬਹੁਤ ਪਸੰਦ ਵੀ ਕੀਤੀ। ਹਰਵਿੰਦਰ ਨੂੰ ਖਾਸ ਕਰਕੇ ਬੜੀ ਪਸੰਦ ਹੈ। ਇੱਥੇ ਸਾਡੇ ਗਾਉਣ ਵਾਲੇ ਸੱਜਣ ਨੇ,
ਧਰਮਵੀਰ ਸਾਂਧੀ ਹੋਰੀ, ਹੋਰ ਸੱਜਣ, ਉਹਨਾਂ ਨੇ ਗਾਈ ਵੀ ਬੜੀ ਹੈ, ਜਗਦੇਵ ਹੋਰਾਂ ਨੇ ਰਿਕਾਰਡ ਵੀ ਕਰਾਈ ਹੈ। ਸੋ ਚਲੋ ਮੈਂ ਪੇਸ਼ ਕਰਦਾ ਕਿ ਕੌਣ ਸੁਣੇਗਾ ਝੱਲਿਆ ਤੇਰਾ ਰੋਣਾ ਰਾਤਾਂ ਨੂੰ, ਵਾਹ ਤੇਰੀ ਖਾਤਰ ਕੌਣ ਜਾਗਦਾ ਹੋਣਾ ਰਾਤਾਂ ਨੂੰ, ਵਾਹ ਵਾਹ ਵਾਹ, ਕਿ ਕੀ ਦੀਆਂ ਰੋਜ਼ ਉਡੀਕਾਂ ਕਰਦਾ ਕਰਦਾ ਸੌਂ ਜਾਣਾ, ਕੀ ਦੀਆਂ ਆਹਾ ਰੋਜ਼ ਉਡੀਕਾਂ ਕਰਦਾ ਕਰਦਾ ਸੌਂ ਜਾਣਾ, ਭੁੱਲ ਜਾਣਾ ਹੈ ਨਿਤ ਹੀ ਬੂਹਾ ਢੋਣਾ ਰਾਤਾਂ ਨੂੰ, ਵਾਹ ਕਿ ਹੁਣ ਤਾਂ ਇਹ ਬਸ ਇੱਕ ਚਮਕਦਾ ਵਾਹ ਪੱਥਰ ਲੱਗਦਾ ਹੈ, ਹੁਣ ਤਾਂ ਇਹ ਬਸ ਹੁਣ ਤਾਂ ਬਸ ਇੱਕ ਚਮਕਦਾ ਆਹਾ ਪੱਥਰ ਲੱਗਦਾ ਏ, ਉਸ ਦੇ ਨਾਲ ਹੀ ਲੱਗਦਾ ਸੀ ਵਾਹ ਚੰਨ ਸੋਹਣਾ ਰਾਤਾਂ ਨੂੰ, ਵਾਹ ਵਾਹ ਵਾਹ, ਕਿਆ ਖੂਬਦਾ ਨਵਾਂ ਖਿਆਲ ਹੈ ਹੁਣ ਜੀ। ਤਾਂ ਇਹ ਬਸ ਵਾਹ, ਉਹਦੇ ਨਾਲ ਇੱਕ ਲੱਗਦਾ ਸੀ ਚਮਕਦਾ ਪੱਥਰ ਲੱਗਦਾ ਏ, ਉਹਦੇ ਨਾਲ ਹੀ ਲੱਗਦਾ ਸੀ ਚੰਨ ਸੋਹਣਾ ਰਾਤਾਂ ਨੂੰ, ਕਿ ਸਾਰੇ ਦਿਨ ਦਾ ਬੋਝ ਇਕੱਠਾ ਹੋਇਆ ਆਖਰ ਨੂੰ, ਦਿਲ ਦਰਿਆ ਵਿੱਚ ਪੈਂਦਾ ਨਿਤ ਡਬੋਣਾ ਰਾਤਾਂ ਨੂੰ, ਕੌਣ ਸੁਣੇਗਾ ਝੱਲਿਆ ਤੇਰਾ ਰੋਣਾ ਰਾਤਾਂ ਨੂੰ, ਤੇਰੀ ਖਾਤਰ ਵਾਹ ਵਾਹ ਕੌਣ ਜਾਗਦਾ ਹੋਣਾ ਰਾਤਾਂ ਨੂੰ। ਵਾਹ 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 ਵਾਹ। ਅੱਛਾ ਕਹਿੰਦੀ ਜੀ, ਜਿਹੜੀ ਗੀਤਕਾਰੀ ਇਹ ਜਿਹੜਾ ਇਹ ਤੁਹਾਡਾ ਅੰਦਰ ਦਾ ਇੱਕ ਤੁਹਾਡੀ ਆਵਾਜ਼ ਹੈ ਜੀ, ਇਹ ਤੁਸੀਂ ਜੋ ਲੈ ਕੇ ਚੱਲੇ ਹੋ, ਤੇ ਇਹਦਾ ਜਿਹੜਾ ਸਟਾਰਟ ਹੈ, ਆਗਾਜ਼ ਕਿੱਥੋਂ ਹੋਇਆ, ਕਿ ਕਿਵੇਂ ਤੁਹਾਨੂੰ ਆਪਣੇ ਅੰਦਰ ਦਾ ਇਹ ਗੀਤਕਾਰ ਲੱਭਿਆ ਜਿਹੜਾ ਇੰਨੀ ਦੁਨੀਆ ਦੇ ਕੰਮ ਆ ਰਿਹਾ ਹੈ, ਇਹ ਅੰਦਰੋਂ ਲੱਭਿਆ ਕਿਵੇਂ ਤੁਹਾਨੂੰ ਆਪਣੇ ਆਪ ਚ? ਇਹ ਅੰਦਰੋਂ ਦੇਖੋ ਜੀ, ਤੁਹਾਨੂੰ ਕੁਝ ਚੀਜ਼ਾਂ ਬਾਹਰੋਂ ਲੱਭਦੀਆਂ, ਕੁਝ ਅੰਦਰੋਂ ਲੱਭਦੀਆਂ ਨੇ, ਵਾਹ ਤੇ ਪਰ ਬੰਦਾ ਦੋਹੀ ਪਾਸੇ ਗੁਆਚਿਆ ਰਹਿੰਦਾ। ਕਿਆ ਬਾਤ। ਜਿਵੇਂ ਆਪਣੇ ਕਮਰੇ ਦੇ ਵਿੱਚ ਚੀਜ਼ਾਂ ਟਿਕਾਈ ਦੀਆਂ ਸੀ ਬੜੇ ਪਿਆਰ ਨਾਲ, ਤੇ ਜਦੋਂ ਹਨੇਰਾ ਹੋ ਜਾਂਦਾ ਉਹੀ ਗਵਾਚ ਜਾਂਦੀਆਂ ਨੇ, ਫਿਰ ਲੱਭਦੀਆਂ। ਵਾਹ ਵਾਹ, ਮੈਨੂੰ ਲੱਗਦਾ ਹਾਂ, ਉਹਦੀ ਜੋ ਨਜ਼ਰ ਹੁੰਦੀ ਨਾ ਕਿਤੇ ਕਿਤੇ, ਉਹ ਚਾਨਣ ਕਰ ਦਿੰਦਾ, ਫਿਰ ਕੁਛ ਨਾ ਕੁਛ ਲੱਭ ਜਾਂਦਾ। ਸੋ ਇਸੇ ਤਰ੍ਹਾਂ ਸ਼ਾਇਦ ਮੇਰੇ ਨਾਲ ਹੋਇਆ ਕਿ ਜਿਹੜਾ ਸ਼ੁਰੂ 'ਚ ਹੀ ਮੈਂ ਗਜ਼ਲ ਦੇ ਨਾਲ ਜੁੜ ਗਿਆ, ਉਹ ਮੈਨੂੰ ਲੱਗਦਾ ਇੱਕ ਸੰਕੇਤ ਸੀ ਵੀ ਅੱਗੇ ਜਾ ਕੇ ਕੁਦਰਤ ਨੇ ਕੀ ਕਰਾਉਣਾ ਤੁਹਾਡੇ ਕੋਲ, ਉਹ ਤੁਹਾਡੀ ਤਿਆਰੀ ਕਰਵਾਉਂਦੀ ਹੈ। ਆਹਾ ਵਾਹ, ਕੁਦਰਤ ਤੁਹਾਡੀ ਤਿਆਰੀ ਕਰਾਉਂਦੀ। ਹਾਂ, ਤਿਆਰੀ ਕਰਵਾਉਂਦੀ। ਤੇ ਮੈਨੂੰ ਲੱਗਦਾ ਕਿ ਜਿਹੜੇ ਸ਼ਾਇਰ ਨੇ ਜਾਂ ਜਿਹੜੇ ਫਨਕਾਰ ਨੇ, ਕੁਦਰਤ ਦੇ ਕੰਮ ਹੀ ਨੇ, ਉਹਨਾਂ ਦੀ ਇੱਕ ਵਿਸ਼ੇਸ਼ ਡਿਊਟੀ ਲਾਈ ਜਾਂਦੀ ਹੈ। ਸੋ ਮੈਂ ਕਲਮ ਦੇ ਨਾਲ ਤੇ ਸ਼ਬਦ ਨਾਲ ਸ਼ੁਰੂ ਤੋਂ ਜੁੜਿਆ ਰਿਹਾ, ਚਾਹੇ ਅਸੀਂ ਗੁਰਬਾਣੀ ਸੁਣਦੇ ਰਹੇ ਹਾਂ, ਚਾਹੇ ਸੂਫੀਆਨਾ ਕਲਾਮ ਸੁਣਦੇ ਰਹੇ ਹਾਂ, ਚਾਹੇ ਕਿੱਸਾ ਕਾਵਿ ਹੈ ਜਿਹੜਾ ਉਹ ਪੜ੍ਹਦੇ ਸੁਣਦੇ ਰਹੇ ਹਾਂ। ਤੇ ਜਦੋਂ ਕਾਲਜ ਵੀ ਮੈਂ ਗਿਆ, ਉਦੋਂ ਵੀ ਮੈਂ ਲਿਖਦਾ ਸੀ, ਉਦੋਂ ਥੋੜਾ ਇੰਗਲਿਸ਼ ਵਿੱਚ ਲਿਖਣ ਦਾ ਉਹਦੇ ਨਾਲ ਜੁੜਿਆ ਹੋਇਆ ਸੀ। ਪੰਜਾਬੀ ਵਿੱਚ ਕਾਫੀ ਦੇਰ ਨਾਲ ਜੁੜਿਆ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਕਿ ਤੁਸੀਂ ਕੋਈ ਐਗਜ਼ਾਮ ਵਗੈਰਾ ਦੀ ਤਿਆਰੀ ਕਰਨੀ ਹੁੰਦੀ ਹੈ, ਕਾਲਜ ਦੇ ਮੈਗਜ਼ੀਨ ਦੇ ਵਿੱਚ ਕੁਛ ਨਾ ਕੁਛ ਛਪਦਾ ਰਹਿੰਦਾ ਸੀ। ਤੇ ਤਿਆਰੀ ਦੇ ਦੌਰਾਨ, ਜਿਵੇਂ ਮੈਂ IAS ਦੀ ਤਿਆਰੀ ਉਦੋਂ ਕਰਦਾ ਸੀ, ਤਾਂ ਉਸ ਤਿਆਰੀ ਦੇ ਦੌਰਾਨ ਬੜੀਆਂ ਕਿਤਾਬਾਂ ਜਿਹੜੀਆਂ ਇੰਗਲਿਸ਼ ਦੀਆਂ ਪੜ੍ਹਨ ਨੂੰ ਮਿਲੀਆਂ, ਤੇ ਨਾਲ ਨਾਲ ਮੈਂ ਕਿਤੇ ਕਿਤੇ ਲਿਖਦਾ ਵੀ ਸੀ, ਕਿਸੇ ਨਾ ਕਿਸੇ ਅਖਬਾਰ ਦੇ ਵਿੱਚ, ਟ੍ਰਿਬਿਊਨ 'ਚ ਜਾਂ ਇੰਡੀਅਨ ਐਕਸਪ੍ਰੈਸ ਵਗੈਰਾ 'ਚ ਕੁਛ ਛਪ ਵੀ ਜਾਂਦਾ ਸੀ। ਤੇ ਫਿਰ ਉਹੀ ਮੇਰੇ ਖਿਆਲ 'ਚ ਜਿਹੜੀ ਚੇਟਕ ਲਿਖਣ ਦੇ ਨਾਲ ਸੀ, ਤੇ ਪੰਜਾਬੀ ਦੇ ਨਾਲ ਫਿਰ ਤਕਰੀਬਨ 1987 ਦੇ ਵਿੱਚ ਮੈਂ ਜੁੜਿਆ, ਔਰ ਗਜ਼ਲ ਤੋਂ ਹੀ ਸ਼ੁਰੂ ਹੋਇਆ। ਜਿਹੜੇ ਮੈਗਜ਼ੀਨ ਸੀਗੇ, RC ਸੀ, ਇੱਕ ਨਾਗਮਣੀ ਸੀ, ਇਸ ਤਰ੍ਹਾਂ ਦੇ ਮੈਗਜ਼ੀਨ ਉਹ ਪੜ੍ਹੇ, ਫਿਰ ਲਿਟਰੇਚਰ ਵੀ ਪੜ੍ਹਿਆ। ਸੋ ਇਸ ਤਰ੍ਹਾਂ ਹੌਲੀ ਹੌਲੀ ਕਰਕੇ ਨਾ ਤੁਹਾਡਾ ਅਚੇਤ ਮਨ ਦੇ ਵਿੱਚ ਜਿਹੜੀਆਂ ਕੁਝ ਚੀਜ਼ਾਂ ਹੁੰਦੀਆਂ ਨੇ, ਤੇ ਜਿਵੇਂ ਹੁਣ ਅਸੀਂ ਚੁੰਬਕ ਲੈ ਕੇ ਨਾ ਹੱਥ 'ਚ ਤੁਰੇ ਫਿਰੀਏ, ਜਿੱਥੇ ਕੋਈ ਲੋਹੇ ਦੀ ਵੇਖ ਹੋਣੀ, ਚਿੰਬੜ ਜਾਣਾ ਨਾਲ ਹੋਏ। ਸੋ ਇਸੇ ਤਰ੍ਹਾਂ ਬੰਦਾ ਦੁਨੀਆ 'ਚ ਤੁਰਿਆ ਫਿਰਦਾ। ਅੱਛਾ ਜੀ, ਅੱਛਾ ਜੀ, ਤੁਸੀਂ ਵੇਖਦੇ ਆ ਕਿ ਕਈ ਬੰਦੇ ਨਾ ਮੁਆਵਜ਼ਾ ਲੈਣ ਲਈ ਬੜੀ ਕਮਰਸ਼ੀਅਲ ਅਪਰੋਚ ਹੁੰਦੀ ਉਹਨਾਂ ਦੀ, ਦੁਨੀਆਦਾਰ, ਕਿ ਜੀ ਮੈਂ ਤਾਂ ਲਿਖਣਾ, ਮੈਨੂੰ ਇੰਨੇ ਪੈਸੇ ਦਿਓ। ਜਿਹੜੇ ਫਨਕਾਰ ਨੇ ਜਾਂ ਅੰਦਰੋਂ ਨਰਮ ਦਿਲ ਦੇ ਬੰਦੇ ਨੇ, ਉਹਨਾਂ ਕੋਲੋਂ ਕਈ ਵਾਰ ਆਪਣਾ ਹੱਕ ਵੀ ਮੰਗਿਆ ਨਹੀਂ ਜਾਂਦਾ। ਤੁਸੀਂ ਜਦੋਂ ਗੀਤ ਲਿਖਦੇ ਹੋ, ਤੇ ਮੇਰਾ ਖਿਆਲ ਤੁਹਾਨੂੰ ਵੀ ਲੱਗਦਾ ਜਿਵੇਂ ਤੁਹਾਡਾ ਅੰਦਰ ਹੈ, ਤੁਹਾਡਾ ਮਕਸਦ ਪੈਸਾ ਨਹੀਂ ਰਿਹਾ ਕਦੀ ਇਸ ਕੰਮ ਚੋਂ। ਆਪਣੇ ਕੁਝ ਕੰਮ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਦੇ ਵਿੱਚ ਜੇਕਰ ਮਕਸਦ ਹੀ ਇਸ ਤਰ੍ਹਾਂ ਦਾ ਹੋ ਜਾਏ, ਅਸੀਂ ਤਾਂ ਯਥਾਰਥ ਨਾਲ ਜੁੜਨਾ ਨਾ, ਪਦਾਰਥ ਨਾਲ ਨਹੀਂ ਨਾ ਜੁੜਨਾ। ਇਹ ਤਾਂ ਕੰਮ ਇਸ ਤਰ੍ਹਾਂ ਦਾ ਹੈ ਕਿ ਜਿਹੜਾ ਤੁਹਾਨੂੰ ਪਦਾਰਥ ਤੋਂ ਜੀਵਨ ਦੇ ਯਥਾਰਥ ਨਾਲ, ਸੱਚ ਨਾਲ ਜੋੜਦਾ। ਵਾਹ ਵਾਹ ਵਾਹ। ਤੇ ਉਹ ਜਿਹੜਾ ਸੱਚ ਜੇਕਰ ਕਿਸੇ ਤਰ੍ਹਾਂ ਤੁਹਾਨੂੰ ਥੋੜਾ ਬਹੁਤ ਲੱਭ ਜਾਏ, ਤਾਂ ਮੇਰੇ ਖਿਆਲ ਪੈਸਿਆਂ ਨਾਲੋਂ ਜ਼ਿਆਦਾ ਕੀਮਤੀ, ਔਰ ਪੈਸਿਆਂ ਨਾਲ ਨਹੀਂ ਮਿਲਦਾ।
ਵਾਹ। ਅੱਛਾ, ਮੈਨੂੰ ਲੱਗਦਾ ਕਿ ਅੰਦਰੋਂ ਵੀ ਨਾ ਕੋਈ ਪੁਰਜ਼ਾ ਵੀ ਘੱਟ ਹੁੰਦਾ ਹੈ ਕਈ ਬੰਦਿਆਂ 'ਚ, ਉਹ ਸ਼ਾਇਦ ਆਪਣਾ ਮਕਸਦ ਅੱਗੇ ਨਹੀਂ ਰੱਖ ਸਕਦੇ, ਉਹਨਾਂ ਦੀ ਤਰਬੀਅਤ ਇੰਝ ਹੋਈ ਹੁੰਦੀ ਹੈ ਜਾਂ ਅੰਦਰ ਕੋਈ, ਜਿਵੇਂ ਤੁਸੀਂ ਕਿਹਾ ਮੈਂ ਸੂਫੀਆਂ ਨੂੰ ਪੜ੍ਹਿਆ, ਤੇ ਜੀ ਸੂਫੀਆਂ ਬਾਰੇ ਤੁਸੀਂ ਕਿਹੜੇ ਸੂਫੀ ਤੋਂ ਤੁਸੀਂ ਮੁਤਾਸਰ ਹੋਏ, ਸੂਫੀ ਸ਼ਾਇਰ ਤੋਂ, ਜਾਂ ਸੂਫੀ ਤੁਸੀਂ ਕਿਹਨੂੰ ਸਮਝਦੇ ਹੋ? ਸੂਫੀ ਮੇਰੇ ਖਿਆਲ 'ਚ ਉਹੀ ਬੰਦਾ ਜਿਹੜਾ ਸਾਫ਼ ਹੋਵੇ ਦਿਲ ਦਾ। ਵਾਹ। ਠੀਕ ਹੈ, ਜਦੋਂ ਆਈਨਾ ਸਾਹਮਣੇ ਸ਼ੀਸ਼ਾ ਜਿਹੜਾ ਲੱਗਾ ਨਾ, ਜੇਕਰ ਉਹ ਸਾਫ਼ ਨਾ ਹੋਵੇ ਤਾਂ ਫੇਰ ਵੀ ਤੁਹਾਨੂੰ ਚਿਹਰਾ ਨਹੀਂ ਦਿਸਦਾ, ਤੇ ਜੇਕਰ ਤੁਹਾਡੇ ਦਿਲ ਦਾ ਆਈਨਾ ਸਾਫ਼ ਨਾ ਹੋਵੇ ਤਾਂ ਫੇਰ ਵੀ ਨਹੀਂ ਦਿਸਦਾ ਜਿਹੜਾ ਚਿਹਰਾ ਦਿਸਣਾ ਚਾਹੀਦਾ। ਤੇ ਵਾਹ ਵਾਹ ਵਾਹ। ਤੇ ਚਿਹਰੇ ਦੇ ਪਿੱਛੇ ਵੀ ਕੋਈ ਬੰਦਾ ਹੈ, ਉਹਦਾ ਚਿਹਰਾ ਵੀ ਦਿਸਣਾ ਚਾਹੀਦਾ। ਸੋ ਸੂਫੀ ਹੈ ਜਿਹੜੇ, ਉਹਨਾਂ ਨੂੰ ਉਹ ਚਿਹਰਾ ਵੀ ਦਿਸਦਾ ਕਿਉਂਕਿ ਉਹਨਾਂ ਦੇ ਦਿਲ ਸਾਫ਼ ਨੇ, ਤੇ ਦੂਸਰਿਆਂ ਦੇ ਦਿਲਾਂ ਦੀ ਸਫਾਈ ਕਰਨ ਵਾਸਤੇ ਉਹਨਾਂ ਦਾ ਕਲਾਮ ਹੈ ਜਿਹੜਾ, ਉਹ ਪੈਗਾਮ ਦੇ ਰੂਪ ਦੇ ਵਿੱਚ ਅਸੀਂ ਪੜ੍ਹੀਦਾ ਕਿ ਉਹ ਇੱਕ ਰੱਬੀ ਪੈਗਾਮ ਹੈ। ਉਹਦੇ ਨਾਲ ਫਿਰ ਦਿਲ ਦੀ ਸਫਾਈ ਹੁੰਦੀ ਹੈ, ਤੁਹਾਡੇ ਵਿਚਾਰ ਜਿਹੜੇ ਸ਼ੁੱਧ ਹੁੰਦੇ ਨੇ, ਤੁਹਾਨੂੰ ਸਹੀ ਰਸਤਾ ਜਿਹੜਾ ਦਿਸਣ ਲੱਗਦਾ। ਰਸਤਿਆਂ ਦੀ ਭੀੜ ਦੇ ਵਿੱਚੋਂ ਨਿਕਲ ਕੇ ਇੱਕ ਰਸਤਾ ਜਿਹੜਾ ਜਿੱਥੇ ਜਾਣਾ ਹੁੰਦਾ ਉਹ ਨਜ਼ਰ ਆਉਂਦਾ ਹੈ, ਉਹਦੇ ਉੱਤੇ ਬੰਦਾ ਕਦਮ ਧਰਨ ਦਾ ਫਿਰ ਹੌਸਲਾ ਵੀ ਕਰਦਾ ਹੈ, ਜੇਕਰ ਅੰਦਰ ਉਸ ਤਰ੍ਹਾਂ ਦਾ ਪੈਗਾਮ ਹੋਵੇ, ਚਾਨਣ ਹੋਵੇ, ਰੋਸ਼ਨੀ ਹੋਵੇ। ਵਾਹ। ਕਿਤੇ ਸਾਨੂੰ ਨਵੀਂ ਤਾਰੀਫ ਇੱਕ ਲੱਭ ਗਈ ਸੂਫੀ ਦੀ, ਬਲਕਿ ਤੁਹਾਡੇ ਨਾਲ ਕੋਈ ਗੱਲ ਹੋ ਰਹੀ ਸੀ ਤੇ ਮੈਂ ਆਪਣੇ ਬੇਲੀਆਂ ਨੂੰ ਕਹਿ ਰਿਹਾ ਸੀ ਸੁਬਾਹ ਟੈਲੀਫੋਨ ਤੇ ਕਿ ਉਹ ਯਾਰ ਮੇਰੇ ਬਜ਼ੁਰਗ ਦਾਦਾ ਜੀ ਮੋਢੇ ਤੇ ਸਾਫਾ ਰੱਖਦੇ ਸਨ ਤੇ ਮੈਨੂੰ ਸਾਰੀ ਉਮਰ ਦੀ ਪਤਾ ਕਿਉਂ ਰੱਖਦੇ ਨੇ, ਤੇ ਅੱਜ ਰਜਿੰਦਰ ਹੋਣਾ ਦੱਸਿਆ ਕਿ ਸਾਫਾ ਵੀ ਸਫਾਈ ਤੋਂ ਪੰਜਾਬੀ ਲੋਕ, ਹਾਂ ਬਿਲਕੁਲ, ਉਹ ਹਰ ਪੰਜਾਬੀ ਦੇ ਮੋਢੇ ਤੇ ਸਫਾਈ ਕਰਨ ਲਈ ਕੋਈ ਨਾ ਕੋਈ ਸ਼ੈ ਹੁੰਦੀ ਏ, ਤੇ ਸੂਫੀ ਦੀ ਬੜੀ ਸੋਹਣੀ ਤੁਸੀਂ ਵਿਚਾਰ ਸਾਂਝੇ ਕੀਤੇ। ਅੱਛਾ, ਕੋਈ ਬੇਲੀ ਪੁੱਛ ਰਹੇ ਨੇ ਕਿ ਹਰਜਿੰਦਰ ਕਾਂਗੜਾ ਨੂੰ ਪੁੱਛੋ ਕਿ ਤਰੰਨਮ ਨਾਲ ਵੀ ਕੋਈ ਸ਼ੈ ਸੁਣਾ ਲੈਂਦੇ ਨੇ, ਤਰੰਨਮ ਨਾਲ ਕੋਈ ਸੁਣਾਉਣੀ ਖਾਹਿਸ਼ ਪੈਦਾ ਹੋਈ ਹੈ? ਤਰੰਨਮ ਦੇ ਨਾਲ ਨਹੀਂ ਮੈਂ ਕਦੇ ਪੇਸ਼ ਕੀਤਾ, ਮੈਨੂੰ ਲੱਗਦਾ ਕਿ ਜਦੋਂ ਬਿਹਤਰ ਗਾਉਣ ਵਾਲੇ ਹੈਗੇ ਨੇ ਆਪਣੇ ਕੋਲ, ਵਾਹ ਵਾਹ ਵਾਹ, ਕੀ ਬਾਤ ਹੈ। ਵੈਸੇ ਬਹੁਤ ਸਾਰੇ ਸ਼ਾਇਦ ਤਰੰਨਮ ਕਰਦੇ ਨੇ, ਪਰ ਮੈਂ ਤਰੰਨਮ ਚ ਨਹੀਂ ਕਦੇ ਪੇਸ਼ ਕੀਤਾ ਕੁਛ। ਨਹੀਂ, ਤੁਹਾਡਾ ਨੁਕਤਾ ਉਹਦੇ ਵੀ ਬੜਾ ਸੋਹਣਾ ਹੈ ਕਿ ਜਦੋਂ ਦੂਜੇ ਚੰਗਾ ਗਾ ਲੈਂਦੇ ਨੇ ਉਹਨਾਂ ਦੀ ਤਸੱਲੀ ਹੋਣੀ ਚਾਹੀਦੀ। ਹਾਂ, ਕਈਆਂ ਨੂੰ ਦੂਜੇ ਦੀ ਤਸੱਲੀ ਨਹੀਂ ਹੁੰਦੀ, ਉਹ ਆਪ ਵੀ ਕੋਸ਼ਿਸ਼ ਕਰਦੇ ਨੇ। ਜਦੋਂ ਵਾਹ ਵਾਹ, ਅੱਛੇ ਗਾਉਣ ਵਾਲਿਆਂ ਨੇ ਗਾਇਆ ਕਲਾਮ ਤਾਂ ਮੈਨੂੰ ਲੱਗਦਾ ਫਿਰ ਉਹਦੇ ਗਾਉਣ ਦੀ ਲੋੜ ਹੀ ਨਹੀਂ ਰਹਿੰਦੀ। ਉਹ ਮੈਂ ਵੀ ਨਾ ਜੀ ਆਪਣੇ ਬੇਲੀ ਨਾਲ ਸਾਂਝਾ ਕਰਨਾ ਕਿ ਮੈਂ ਵੀ ਸਾਰੀ ਜ਼ਿੰਦਗੀ ਨਾ ਕਦੀ ਆਪਣਾ ਮਤਲਬ ਅੱਗੇ ਨਹੀਂ ਰੱਖ ਸਕਿਆ, ਔਰ ਕਦੀ ਪੈਸੇ ਤੋਂ ਅੱਗੇ ਤਰਜੀਹ ਨਹੀਂ ਦਿੱਤੀ, ਨਾ ਹੀ ਕਿਸੇ ਕੋਲੋਂ ਕੋਈ ਫਾਇਦਾ ਲਿਆ ਗਿਆ। ਜਿਵੇਂ ਮੈਂ ਇਸਲਾਮਾਬਾਦ ਇੱਕ ਵਾਰੀ ਲਾਹੌਰੋਂ ਇਸਲਾਮਾਬਾਦ ਆ ਰਿਹਾ ਸੀ, ਇੱਕ ਦੋਸਤ ਨੇ ਆਖਿਆ ਕਿ ਯਾਰ ਅਸੀਂ ਹਰ ਵਾਰੀ ਗੱਡੀ ਤੇ ਜਾਂਦੇ ਹਾਂ, ਕਿਸੇ ਨੂੰ ਲਿਫਟ ਦਿੰਦੇ ਆ ਤੇ ਕਿਸੇ ਕੋਲੋਂ ਪੈਸੇ ਕਿਉਂ ਲਈਏ ਕਰੀਏ। ਮੈਂ ਕਿਹਾ ਮੇਰੇ ਕੋਲ ਨਹੀਂ ਮੰਗੇ ਜਾਂਦੇ। ਅਸੀਂ ਇੱਕ ਨਾ ਜੋ ਉਹ ਕੋਈ ਬੰਦਾ ਖੜਾ ਸੀ, ਉਹਨੂੰ ਬੱਸ ਨਹੀਂ ਸੀ ਮਿਲ ਰਹੀ, ਅਸੀਂ ਉਹਨੂੰ ਤੇ ਬੱਚਿਆਂ ਨੂੰ ਭਾਲਿਆ ਨਾਲ। ਉਹ ਜਿਹੜਾ ਮੇਰੇ ਨਾਲ ਬੰਦਾ ਸੀ ਨਾ, ਉਹਨੇ ਉਹ ਜ਼ਿਆਦਾ ਦੁਨੀਆਦਾਰ ਸੀ, ਉਹਨੇ ਉਹਨਾਂ ਕੋਲੋਂ ਰੁਪਈਆ 1000 ਦਾ ਪੈਟਰੋਲ ਪਵਾ ਲਿਆ। 1000 ਦਾ ਪੈਟਰੋਲ ਨਾਲ ਕੋ ਪਵਾ ਲੈਣਾ। ਮੈਂ ਕਿਹਾ ਵੀ ਮੈਂ ਨਹੀਂ ਕਹਿਣਾ, ਮੈਂ ਤੈਨੂੰ ਲਿਫਟ ਕਰਨੀ ਸੀ। ਉਹਨੇ ਪੈਟਰੋਲ ਪਵਾ ਲਿਆ, ਜਦੋਂ ਰਸਤੇ ਦੀ ਤਾਰਫ ਹੋਇਆ ਉਹਦਾ ਹੀ ਉਹਨਾਂ ਨਾਲ, ਤੇ ਉਹਦੇ ਉਸਤਾਦ ਦਾ ਬੇਟਾ ਨਿਕਲ ਆਇਆ, ਉਸੇ ਮੁੰਡੇ ਮੇਰੇ ਦੋਸਤ ਦਾ। ਤਾਰਫ ਹੁੰਦਿਆਂ ਦਾ ਪਤਾ ਲੱਗਾ ਉਹਦੇ ਉਸਤਾਦ ਦਾ ਇਹ ਬੇਟਾ ਹੈ, ਤੇ ਉਹ ਉਹਨੂੰ ਕਹੇ ਯਾਰ ਇਹਦੇ ਕੋਲ ਪੈਸੇ ਲੈ ਬੈਠੇ, ਬੜੀ ਸ਼ਰਮਿੰਦਗੀ ਹੋ ਰਹੀ ਹੈ। ਇਸਲਾਮਾਬਾਦ ਪਹੁੰਚ ਕੇ ਪੈਸੇ ਵੀ ਵਾਪਸ ਕੀਤੇ, ਉਹਨੂੰ ਰੋਟੀ ਵੀ ਖਵਾਈ, ਉਹਦੇ ਕੋਲ ਮਾਫੀ ਵੀ ਮੰਗੀ ਸੀ, ਤੇ ਅਸੀਂ ਜਦੋਂ ਵੀ ਕਦੋਂ ਪੈਸੇ ਲਏ ਸਾਨੂੰ ਤਾਂ ਮੋੜਨੇ ਪਏ ਨੇ। ਤੇ ਤੁਹਾਨੂੰ ਵੀ ਲੱਗਦਾ ਹੈ ਕਿ ਜਿਹੜਾ ਤੁਸੀਂ ਇੱਕ ਸਫ਼ਰ ਸੱਚਾਈ ਦਾ ਔਰ ਮੁਹੱਬਤ ਦਾ ਸ਼ੁਰੂ ਕੀਤਾ ਹੈ, ਖਾਸ ਤੌਰ ਤੇ ਅੱਛਾ ਤੁਸੀਂ ਉਰਦੂ ਗਜ਼ਲ ਵੀ ਪੜ੍ਹੀ, ਤੁਸੀਂ ਅੰਗਰੇਜ਼ੀ ਵੀ ਲਿਖਿਆ ਹੋਇਆ, ਤੇ ਇਹ ਜਿਹੜਾ ਹਾਂਜੀ ਜੀ ਜਿਸ ਤਰ੍ਹਾਂ ਦੀ ਗੱਲ ਤੁਸੀਂ ਸੁਣਾਈ ਜੀ ਸੁਣਾਓ ਗੱਲ। ਨੰਦ ਲਾਲ ਨੂਰਪੁਰੀ ਹੋਰਾਂ ਦੇ ਨਾਲ ਵੀ ਇਸ ਤਰ੍ਹਾਂ ਵਾਪਰਿਆ ਸੀ। ਮੈਨੂੰ ਕਿਸੇ ਨੇ ਸੁਣਾਈ ਗੱਲ ਇਹ ਕਿ ਕੋਈ ਬੰਦਾ ਕਹਿੰਦੇ ਉਹਦੇ ਕੋਲ ਸਿਹਰਾ ਲਿਖਾਉਣ ਆ ਗਿਆ, ਤੁਸੀਂ ਸਿਹਰਾ ਲਿਖ ਕੇ ਦੇ ਦਿੱਤਾ, ਤੇ ਜਾਂਦਾ ਉਹ ਦਰਜਨ ਕੇਲੇ ਉਹਨਾਂ ਦੇ ਕੋਲ ਰੱਖ ਗਿਆ, ਤੇ ਜਦੋਂ ਬੂਹੋਂ ਬਾਹਰ ਹੋਇਆ ਤਾਂ ਉੱਚੀ ਦੇਣੀ ਨੰਦ ਲਾਲ ਨੂਰਪੁਰੀ ਆਪਣੇ ਘਰ ਵਾਲੀ ਨੂੰ ਕਹਿੰਦਾ ਵੀ ਅੱਜ ਤੂੰ ਨਾ ਕੇਲੇ ਗੁੰਨ ਲਈ ਆਟੇ ਦੀ ਜਗ੍ਹਾ। ਫੇਰ ਉਹਨੂੰ ਸੁਣ ਕੇ ਥੋੜੀ ਸ਼ਰਮ ਆਈ, ਫਿਰ ਮੁੜ ਕੇ ਆ ਕੇ ਥੋੜੇ ਪੈਸੇ ਦੇ ਗਿਆ। ਅੱਛਾ, ਵਾਹ। ਇਹ ਜਿਹੜੀਆਂ ਇਸ ਤਰ੍ਹਾਂ ਦੀ ਚੀਜ਼ਾਂ, ਇਹਦੀ ਤਾਂ ਬਖਸ਼ਿਸ਼ ਹੁੰਦੀ ਹੈ ਨਾ। ਉਹ ਕਹਿੰਦੇ ਵੀ ਆਪਣੇ ਆਪ ਚਾਹੀਦੇ ਨੇ, ਜੇ ਮੰਗਣੇ ਪਏ ਤਾਂ ਫੇਰ ਤਾਂ ਉਹਦਾ ਕੋਈ ਲੁਤਫ ਨਹੀਂ, ਸਵਾਦ ਨਹੀਂ ਕੋਈ। ਅੱਛਾ, ਇਹ ਤੁਸੀਂ ਪੰਜਾਬੀ ਨਾਲ ਜੁੜੇ ਜੀ ਕਾਫੀ ਚਿਰਕੇ ਪੜ੍ਹਿਆ, ਤੁਸੀਂ ਉਰਦੂ ਗਜ਼ਲ ਵੀ ਪੜ੍ਹੀ, ਤੁਸੀਂ ਅੰਗਰੇਜ਼ੀ ਵੀ ਪੜ੍ਹੀ, ਤੇ ਤੁਹਾਡੇ ਅੰਦਰੋਂ ਜਿਹੜਾ ਚਸ਼ਮਾ ਫੁੱਟਿਆ ਉਹ ਪੰਜਾਬੀ ਚ ਫੁੱਟਿਆ, ਇਹਦੀ ਕੀ ਵਜ੍ਹਾ ਤੁਹਾਨੂੰ ਲੱਗਦੀ? ਅੰਦਰ ਜਮਾ ਤੇ ਲਫਾਫੀ ਤੇ
ਕਿਉਂਕਿ ਸਾਰੀਆਂ ਜ਼ਬਾਨਾਂ ਦੀ ਸੀ। ਅੰਦਰ ਮੇਰੇ ਖਿਆਲ 'ਚ ਪੰਜਾਬੀ ਸੀ ਨਾ, ਜਿਹੜੀ ਜੜ ਹੈ ਉਹ ਪੰਜਾਬੀ ਦੀ ਹੈ। ਕਿਆ ਬਾਤ ਹੈ, ਉੱਤੇ ਵੀ ਪੁੰਗਰ ਵੀ ਪੰਜਾਬੀ ਸੀ। ਸੋ ਜਿਸ ਤਰ੍ਹਾਂ ਦੀ ਵਾਹ। ਜੜ ਹੋਵੇ ਤੇ ਫੁੱਲ ਉਸੇ ਤਰ੍ਹਾਂ ਦੇ ਨਿਕਲਣੇ ਨੇ। ਪੜ੍ਹੋ ਬੇਸ਼ੱਕ ਤੁਸੀਂ। ਕਿਆ ਬਾਤ। ਤੇ ਸਾਹਿਤ ਹੈ ਜਿਹੜਾ, ਵਾਹ, ਇਹਦੀ ਵੈਸੇ ਕੋਈ ਜ਼ਬਾਨ ਨਹੀਂ ਹੁੰਦੀ, ਇਹ ਸਾਰੀਆਂ ਜ਼ਬਾਨਾਂ, ਚਾਹੇ ਉਹ ਅੰਗਰੇਜ਼ੀ ਦਾ ਹੈ ਚਾਹੇ ਉਰਦੂ ਦਾ ਹੈ, ਕਿਉਂਕਿ ਸਾਹਿਤ ਨੇ ਲੋਕਾਂ ਦੀ ਗੱਲ ਕਰਨੀ ਹੁੰਦੀ ਹੈ। ਸਾਹਿਤ ਸਾਰਿਆਂ ਦੇ ਹਿੱਤ ਦੀ ਗੱਲ ਕਰਦੀ ਹੁੰਦੀ ਹੈ। ਬਿਲਕੁਲ ਸਹੀ ਗੱਲ। ਇਹ ਆਪਣੇ ਆਪ 'ਚ ਇੱਕ ਵੱਖਰੀ ਲੈਂਗੁਏਜ। ਇਜ਼ਰਾ ਪੌਂਡ ਦੀ ਇੱਕ ਹੈਗੀ, ਮੈਨੂੰ ਬੜੀ ਅੱਛੀ ਲੱਗਦੀ ਕੋਟੇਸ਼ਨ ਉਹਨਾਂ ਦੀ, ਵੀ ਉਹ ਕਹਿੰਦਾ ਗ੍ਰੇਟ ਲਿਟਰੇਚਰ ਇਜ਼ ਸਿੰਪਲੀ ਏ ਲੈਂਗੁਏਜ ਚਾਰਜਡ ਵਿਦ ਮੀਨਿੰਗ ਟੂ ਦਾ ਅਟਮੋਸਟ ਡਿਗਰੀ ਪੋਸੀਬਲ। ਵਾਹ ਵਾਹ ਵਾਹ, ਫਿਰ ਇੱਕ ਵਾਰੀ ਪੜਿਓ ਜੀ। ਵਾਹ, ਇੱਕ ਵਾਰੀ ਫਿਰ ਦੱਸਿਓ। Great literature is the language charged with meaning to the utmost degree possible. ਵਾਹ ਵਾਹ। ਸੋ ਭਾਸ਼ਾ ਕੋਈ ਵੀ ਹੋਵੇ, ਉਹਦੇ ਵਿੱਚ ਤੁਸੀਂ ਕਿਸ ਬੁਲੰਦੀ ਦਾ ਵਿਚਾਰ ਹੈ ਜਿਹੜਾ ਪੇਸ਼ ਕਰਦੇ ਹੋ ਜੀ ਜੀ, ਉਹ ਤਾਂ ਫਿਰ ਪੂਰੇ ਆਵਾਮ ਨੂੰ ਚੰਗਾ ਲੱਗਦਾ ਨਾ। ਅੱਜ ਤੱਕ ਸਾਨੂੰ ਕਈ ਕੋਟੇਸ਼ਨਾਂ ਇੰਗਲਿਸ਼ ਦੀਆਂ ਵੀ ਯਾਦ ਨੇ, ਤੇ ਉਰਦੂ ਗਜ਼ਲ ਦੇ ਕਿੰਨੇ ਸ਼ੇਰ ਲੋਕਾਂ ਨੂੰ ਯਾਦ ਨੇ, ਉਹਨਾਂ ਨੂੰ ਜ਼ੁਬਾਨ ਨੂੰ ਨਹੀਂ ਆਉਂਦੀ। ਜੀ ਜੀ, ਮਿਰਜ਼ਾ ਗਾਲਿਬ ਦੇ ਸ਼ੇਰ ਦੇਖੋ, ਅੱਜ ਤੱਕ ਲੋਕਾਂ ਨੂੰ ਯਾਦ ਨੇ। ਦਿਲੇ ਨਾਦਾਨ ਤੁਝੇ ਹੁਆ ਕਿਆ ਹੈ, आखिर इस दर्द की दवा क्या है, कि हस्ती के मत फ्रेम में आ जाए असद, आलम तमाम हल्का दामे ख्याल है। ਵਾਹ ਵਾਹ। ਸੋ ਇਹਦੇ ਵਿੱਚ ਭਾਸ਼ਾ ਦਾ ਬਹੁਤਾ ਮਸਲਾ ਨਹੀਂ ਰਹਿੰਦਾ, ਉਹਨਾਂ ਦੇ ਸ਼ਬਦ ਬੜੇ ਸਰਲ ਵਰਤੇ। ਗੱਲ ਵਿਚਾਰ ਦੀ, ਕਿ ਵਿਚਾਰ ਕਿੰਨਾ ਕੁ ਬੁਲੰਦ ਹੈ ਤੇ ਕਿੰਨਾ ਯੂਨੀਵਰਸਲ ਥਾਟ ਉਹਦੇ ਵਿੱਚ ਆਇਆ। ਕਿ ਮਜਨੂ ਨੇ ਸ਼ਹਿਰ ਛੋੜਾ, ਮੈਨੂੰ ਫੇਰ ਯਾਦ ਆ ਗਿਆ, ਕਿਉਂਕਿ ਉਰਦੂ ਯਾਦ ਹੋਣੇ ਸ਼ੁਰੂ ਹੋ ਜਾਂਦੇ ਨੇ ਨਾ ਜੀ। ਕੋਈ ਗੱਲ ਨਹੀਂ ਜੀ, ਇਹ ਵੀ ਜ਼ਰੂਰੀ ਹੈ ਜੀ। ਫਿਰ ਆਉਂਦੇ ਤੁਰੇ ਜਾਂਦੇ ਨੇ ਕਿ ਮਜਨੂ ਨੇ ਸ਼ਹਿਰ ਛੋੜਾ ਤੂੰ सहरा भी छोड़ दे, ਆਹਾ, नजारे की हफ्स है तू लैला भी छोड़ दे। ਵਾਹ ਵਾਹ ਵਾਹ। ਇਕਬਾਲ ਦਾ ਅਹਿਮਦ ਫਰਾਜ਼ ਉਹ ਬੜੇ ਬਹੁਤ ਪਸੰਦੀਦਾ ਸ਼ਾਇਰ ਨੇ, ਔਰ ਮੇਰੀ ਖੁਸ਼ਕਿਸਮਤੀ ਹੈ ਕਿ ਇੱਥੇ ਇੱਕ ਵਾਰ ਬਰਕਲੇ ਯੂਨੀਵਰਸਿਟੀ ਵਿੱਚ ਮੁਸ਼ਾਇਰਾ ਹੋਇਆ ਸੀ ਉਰਦੂ ਦਾ, ਤੇ ਨਾਲ ਪੰਜਾਬੀ ਦਾ ਵੀ। ਫਰੂਖ ਤਰਾਜ਼ ਹੋਰਾਂ ਦੇ ਜ਼ਰੀਏ ਉਹਨਾਂ ਦੇ ਨਾਲ ਫਿਰ ਮੈਨੂੰ ਮਿਲਣ ਦਾ ਹੀ ਮੌਕਾ ਮਿਲਿਆ ਸਾਨੂੰ। ਅਹਿਮਦ ਫਰਾਜ਼ ਦੇ ਸਾਹਮਣੇ ਕਲਾਮ ਪੜ੍ਹਨ ਦਾ ਮੌਕਾ ਵੀ ਮਿਲਿਆ, ਉਹਨਾਂ ਨੂੰ ਦਾਦ ਵੀ ਦਿੱਤੀ, ਤੇ ਉਹਨਾਂ ਦੇ ਬੇਸ਼ੁਮਾਰ ਸ਼ੇਰ। ਸੋ ਇਸ ਤਰ੍ਹਾਂ ਉਰਦੂ ਜਾਂ ਕੋਈ ਵੀ ਜਿਹੜਾ ਕਲਾਮ ਹੈ, ਜਦੋਂ ਜ਼ੁਬਾਨ ਤੇ ਚੜ ਜਾਏ ਜੀ ਜੀ, ਤਾਂ ਫਿਰ ਮੇਰੇ ਖਿਆਲ ਚ ਕਿਹੜੀ ਜ਼ੁਬਾਨ ਦਾ ਹੈ ਇਹਦਾ ਬਹੁਤਾ ਕੋਈ ਮਤਲਬ ਨਹੀਂ ਰਹਿੰਦਾ, ਫਿਰ ਤੁਹਾਡਾ ਹੋ ਜਾਂਦਾ। ਉਹ ਤੁਹਾਡੇ ਦਿਲ ਦੀ ਗੱਲ ਹੁੰਦੀ ਨਾ, ਦਿਲ ਦੀ ਜ਼ੁਬਾਨ ਇੱਕੋ ਹੀ। ਵਾਹ, ਦਿਲ ਦੀ ਜ਼ੁਬਾਨ ਇੱਕੋ ਹੀ। ਵਾਹ ਵਾਹ। ਫਰੂਖ ਤਰਾਜ਼ ਵੀ ਹਮੇਸ਼ਾ ਹੀ ਦੋਸਤਾਂ ਨੂੰ ਇਕੱਠੇ ਕਰਦੇ ਰਹਿੰਦੇ ਨੇ, ਔਰ ਉਹਨਾਂ ਦੀ ਅੱਛੇ ਸ਼ਾਇਰ ਹੁੰਦੇ। ਨਾਲ ਇਹ ਵੀ ਖੂਬੀ, ਉਹ ਤਸਬੀਹ ਦੇ ਉਹ ਧਾਗੇ ਦਾ ਕੰਮ ਕਰਦਾ, ਮੋਤੀ ਮਾਲਾ ਚ ਪਰੋਂਦਾ ਰਹਿੰਦਾ। ਅਸੀਂ ਵੀ ਉਹਨਾਂ ਦੇ ਕੋਲ ਜਾਂਦੇ ਹਾਂ ਤੇ ਬਹੁਤ ਸਾਰੇ ਬੇਲੀ ਇੱਥੇ ਲੱਭਦੇ ਨੇ ਨੇਚਰ ਨੂੰ। ਬਲਕਿ ਮੈਂ ਕਹਿੰਦਾ ਕਿ ਜਿਹੜਾ ਬੰਦਾ ਇਸ ਦੌਰ 'ਚ ਆਪਣੇ ਸ਼ਾਦੀ ਹਾਲ ਦਾ ਨਾਂ ਗਜ਼ਲ ਸ਼ਾਦੀਆ ਰੱਖੀ ਬੈਠਾ ਹੈ, ਉਹਨਾਂ ਦੇ ਸ਼ਾਦੀ ਹਾਲ ਦਾ ਨਾਂ ਹੈ ਗਜ਼ਲ। ਦੇਖੋ ਨਾ, ਇੱਕ ਕਾਰੋਬਾਰੀ ਦੁਨੀਆ ਦੇ ਵਿੱਚ ਇੰਜ ਦਾ ਨਾਮ ਹੀ ਰੱਖਣਾ ਆਪਣੇ ਕਾਰੋਬਾਰ ਦਾ, ਉਹਦਾ ਰੋਗ ਦੱਸਦਾ। ਬਿਲਕੁਲ ਬਿਲਕੁਲ। ਤੇ ਉਹ ਅੱਜ ਸਰਕਾਰ ਇਹ ਦੱਸੋ ਜੀ, ਅੱਜ ਕੱਲ ਗੀਤ ਲਿਖੇ ਜਾ ਰਹੇ ਨੇ, ਲੋਕ ਕਹਿੰਦੇ ਨੇ ਕਿ ਉਹਨਾਂ ਦਾ ਮਿਆਰ ਹੋ ਨਹੀਂ ਰਿਹਾ, ਸ਼ਾਇਦ ਸੁਣਨ ਵਾਲੇ ਉਹ ਨਹੀਂ ਰਹੇ, ਜਾਂ ਜਿਹੜੇ ਬੰਦੇ ਲਿਖਵਾਉਂਦੇ ਨੇ ਉਹਨਾਂ ਦਾ ਤਕਾਜ਼ਾ ਹੁੰਦਾ ਕਿ ਸਾਨੂੰ ਸੱਤੇ ਹੀ ਚਾਹੀਦੇ ਨੇ। ਤੁਹਾਨੂੰ ਕੀ ਲੱਗਦਾ ਹੈ, ਇਹ ਜਿਹੜਾ ਨਵਾਂ ਅੱਜ ਦਾ ਗੀਤ ਹੈ, ਇਹ ਕਿੱਥੇ ਖਲੋਤਾ ਹੈ? ਇਹ ਮੈਨੂੰ ਲੱਗਦਾ ਖਲੋਂਦਾ ਹੀ ਨਹੀਂ ਬਹੁਤੀ ਦੇਰ। ਵਾਹ ਵਾਹ ਵਾਹ, ਕਿਉਂਕਿ ਬਹੁਤ ਸੋਹਣਾ ਜਵਾਬ। ਗੀਤ ਵੈਸੇ ਉਹੀ ਆ ਜਿਹੜਾ ਪੀੜ੍ਹੀ ਦਰ ਪੀੜ੍ਹੀ ਲੋਕ ਸੁਣਦੇ ਨੇ। ਗਾਣਾ ਉਹੀ ਹੈ ਨਾ, ਤੇ ਗਾਣਾ ਜਿਹੜਾ ਤੁਹਾਡੇ ਬੁੱਲਾਂ ਤੇ ਚੜ ਜਾਏ, ਤੁਹਾਡੀਆਂ ਜ਼ੁਬਾਨਾਂ ਤੇ ਚੜ ਜਾਏ, ਤੁਹਾਡੇ ਵਿਹੜਿਆਂ 'ਚ ਲੋਕ ਗਾਉਣ, ਇੱਕ ਦੂਸਰੇ ਨੂੰ ਸੁਣਾਉਣ। ਤੁਸੀਂ ਉਦਾਸ ਹੋਵੋ ਤਾਂ ਤੁਹਾਨੂੰ ਕੋਈ ਗੀਤ ਯਾਦ ਆਉਂਦਾ ਹੈ, ਤੁਸੀਂ ਖੁਸ਼ ਹੋਵੋ ਤਾਂ ਤੁਹਾਨੂੰ ਗੀਤ ਦੀਆਂ ਸਤਰਾਂ ਯਾਦ ਆਉਂਦੀਆਂ ਨੇ। ਇਸੇ ਕਰਕੇ ਇਹ ਜਿਹੜੇ ਹੁਣ ਦੇ ਗੀਤ ਨੇ ਨਾ, ਇਹ ਮੈਨੂੰ ਲੱਗਦਾ ਇਸ ਕਰਕੇ ਵੀ ਕਿ ਲੋਕ ਵੀ ਥੋੜੀ ਭਾਸ਼ਾ ਨਾਲੋਂ ਟੁੱਟ ਗਏ ਨੇ, ਤੇ ਜਿਹੜੇ ਲਿਖਣ ਵਾਲੇ ਨੇ ਉਹ ਵੀ ਮੈਨੂੰ ਲੱਗਦਾ ਭਾਸ਼ਾ ਔਰ ਜਿਹੜਾ ਸਾਹਿਤ ਹੁੰਦਾ ਨਾ, ਲਿਟਰੇਚਰ, ਜਿਹਦੇ ਵਿੱਚੋਂ ਚੀਜ਼ਾਂ ਪੈਦਾ ਹੋਣੀਆਂ ਉਹਦੇ ਨਾਲ ਸਿਰਫ ਇੱਕ ਕਮਰਸ਼ੀਅਲ ਐਂਟਰਟੇਨਮੈਂਟ, ਇਹ ਦੋ ਚੀਜ਼ਾਂ ਰਹਿ। ਔਰ ਦੂਸਰਾ ਹੈ ਕਿ ਮਿਊਜ਼ਿਕ ਹਾਵੀ ਹੋ ਗਿਆ ਨਾ। ਸਾਹਿਤ ਜਿਹੜਾ ਉਹ ਸ਼ਬਦ ਪ੍ਰਧਾਨ। ਬਿਲਕੁਲ ਸਹੀ। ਪੁਰਾਣੇ ਗੀਤ ਤੁਸੀਂ ਚਾਹੇ ਹਿੰਦੀ ਫਿਲਮਾਂ ਦੇ ਵੀ ਸੁਣੋ, ਉਹ ਵੱਡੇ ਉਰਦੂ ਸ਼ਾਇਰਾਂ ਦੇ ਲਿਖੇ ਹੋਏ ਨੇ, ਸ਼ਬਦ ਪ੍ਰਧਾਨ ਗੀਤ ਨੇ। ਤੇ ਗਜ਼ਲਾਂ ਵਰਗੇ ਗੀਤ ਨੇ ਉਹਨਾਂ ਦੇ ਮੁਖੜੇ, ਗਜ਼ਲਾਂ ਵਰਗੇ ਨੇ। ਕਿਸਵਾਨੀ
ਚਾਂਦਨੀ ਰਾतें हमें सोने नहीं देती, ਇਹ ਸਾਰਾ ਗਜ਼ਲ ਦਾ ਹੀ ਇਹਦੇ ਵਿੱਚ ਜੀ ਬਹਿ ਜੀ। ਤੇ ਉਹ ਅੱਛਾ ਸਾਰੇ ਸਰ, ਜਿਹੜੇ ਸ਼ਾਇਰ ਨੇ, ਕੈਫੀ ਆਜ਼ਮੀ, ਸਾਹਿਬ ਲੁਧਿਆਣਵੀ, ਮਜ਼ਰੂ ਸੁਲਤਾਨਪੁਰੀ ਸਾਹਿਬ, ਤੇ ਹੁਣ ਤੱਕ ਵੀ ਗੁਲਜ਼ਾਰ ਸਾਹਿਬ ਤੱਕ। ਵਾਹ। ਅੱਛਾ, ਉਹਦਾ ਜੀ ਬੜਾ ਜਿਹੜੇ ਅਹਿਮਦ ਫਰਾਜ਼ ਸਾਹਿਬ ਦੇ ਦੋਵੇਂ ਬੇਟੇ ਨੇ, ਸ਼ਿਬਲੀ ਫਰਾਜ਼ ਤੇ ਸਾਦੀ ਫਰਾਜ਼, ਸਾਡੇ ਦੋਸਤ ਨੇ ਔਰ ਬੜੇ ਕਮਾਲ ਉਹ ਵੀ ਨੌਜਵਾਨ ਨੇ। ਅਜੇ ਇੱਕ ਕਹਿ ਰਹੇ ਸੀ ਦੋਸਤ ਕਿ ਤੁਸੀਂ ਆਪਣੀ ਕਿਤਾਬਾਂ ਦੇ ਨਾਂ ਜ਼ਰਾ ਦੱਸ ਦਿਓ, ਇਹ ਕਿਤਾਬਾਂ ਦੇ ਨਾਂ ਜਾਣਨਾ ਚਾਹੁੰਦੇ ਨੇ ਕੋਈ ਸਾਡੇ ਸੁਣਨ ਵਾਲੇ। ਕਿਤਾਬਾਂ ਦੇ ਨਾਂ, ਇੱਕ ਤਾਂ ਪਹਿਲੀ ਜਿਹੜੀ ਛਪੀ ਸੀ ਉਹ ਕਿਸੇ ਸਭਾ ਨੇ ਛਾਪੀ ਸੀ ਆਪਣੇ ਇੰਡੀਆ ਵਿੱਚ, ਸਵੰਤੀ ਬੂੰਦ ਉਹਦਾ ਨਾਮ ਹੈ। ਅੱਛਾ, ਵਾਹ। ਤੇ ਉਸ ਤੋਂ ਬਾਅਦ ਫਿਰ ਛਪੀ ਸੀ ਠੀਕਰੀ ਪਹਿਰਾ। ਵਾਹ, ਠੀਕਰੀ ਪਹਿਰਾ। ਹਾਂ, ਵਾਹ। ਫਿਰ ਅਗਲੀ ਸੀ ਚੁੱਪ ਦੇ ਟੁਕੜੇ। ਵਾਹ, ਚੁੱਪ ਦੇ ਟੁਕੜੇ। ਵਾਹ ਵਾਹ ਵਾਹ। ਇੱਕ ਗੀਤਾਂ ਦੀ ਹੈਗੀ ਆ, ਆਪਾਂ ਦੋਵੇਂ ਰੁੱਸ ਬੈਠੇ, ਚੇਤਨਾ ਪ੍ਰਕਾਸ਼ਨ ਨੇ ਸਾਰੀਆਂ ਛਾਪੀਆਂ ਨੇ। ਅੱਛਾ, ਇਹ ਸਾਰੀਆਂ ਸ਼ਾਹਮੁਖੀ ਨੇ, ਇਹ ਗੁਰਮੁਖੀ, ਸਾਰੀਆਂ ਗੁਰਮੁਖੀ ਦੇ ਵਿੱਚ। ਸ਼ਾਹਮੁਖੀ ਚ ਮੇਰੇ ਖਿਆਲ ਚ ਆਪਣੇ ਜਿਹੜੇ ਆਸਿਫ ਹੋਰੀ ਨੇ ਨਾ, ਉਹਨਾਂ ਨੇ ਸ਼ਾਇਦ ਮੈਨੂੰ ਭੇਜੀਆਂ ਸੀ, ਉਹਨਾਂ ਨੇ PDF ਵਗੈਰਾ, ਚੁੱਪ ਦੇ ਟੁਕੜੇ ਤੇ ਠੀਕਰੀ ਪਹਿਰਾ। ਹਾਂਜੀ, ਉਹਨਾਂ ਬੜੀਆਂ ਕਿਤਾਬਾਂ ਤੇ ਕੰਮ ਕੀਤਾ ਜੀ ਉਹਨਾਂ ਨੇ, ਔਰ ਉਧਰੋਂ ਇਕੱਠਾ ਕਰਕੇ ਬੜਾ ਕੰਮ ਹੈ ਉਹਨਾਂ। ਅੱਛਾ ਸਰ, ਇਹ ਅੰਗਰੇਜ਼ੀ ਚ ਵੀ ਕੋਈ ਛਪੀ ਚੀਜ਼, ਤੁਸੀਂ ਅਮਰੀਕਾ 'ਚ ਬੈਠੇ ਹੋ, ਇਹਨਾਂ 'ਚ ਕੋਈ ਚੀਜ਼ ਅੰਗਰੇਜ਼ੀ 'ਚ ਵੀ ਤਰਜਮਾ ਕਿਸੇ ਨੇ ਕੀਤੀ ਜਾਂ ਕਿਸੇ ਹੋਰ ਜ਼ਬਾਨ 'ਚ ਵੀ ਹੋਇਆ ਤੁਹਾਡਾ ਕਲਾਮ ਕੋਈ? ਹਾਂ, ਅੰਗਰੇਜ਼ੀ 'ਚ ਮੇਰੇ ਕੋਲ ਕੁਝ ਕਵਿਤਾਵਾਂ ਹੈਗੀਆਂ ਨੇ ਇੱਥੇ, ਇੱਕ ਤਾਂ ਇੰਗਲਿਸ਼ ਦੀ ਸੀਗਾ ਸੰਗ੍ਰਹਿ, ਉਹਦੇ ਵਿੱਚ ਸੀਗੀਆਂ। ਅੱਛਾ। ਤੇ ਇੱਕ ਸਾਡੀ ਸੰਸਥਾ ਨੇ ਵੀ ਛਾਪੀ ਸੀ, ਉਹਦੇ ਵਿੱਚ ਵੀ ਨਾਲ ਪੰਜਾਬੀ 'ਚ ਤੇ ਨਾਲ ਇੰਗਲਿਸ਼ 'ਚ। ਉਦੋਂ ਉੱਥੇ ਤੇਜਵੰਤ ਗਿੱਲ ਹੁਰੀ ਮੇਰੇ ਕੋਲ, ਉਹਨਾਂ ਨੇ ਟਰਾਂਸਲੇਟ ਕੀਤੀਆਂ ਸੀ। ਤੇ ਇੱਕ ਪ੍ਰੋਫੈਸਰ ਵੇਦ ਵਟਕ ਹੁਰੀ ਇੱਥੇ ਹੁੰਦੇ ਸੀ, ਉਹਨਾਂ ਨੇ ਕੁਝ ਕੀਤੀਆਂ ਸੀ। ਅੱਛਾ ਜੀ। ਅੱਛਾ, ਤੇ ਬੜਾ ਅੱਛਾ ਇਹ ਕੰਮ ਹੈ ਜੀ। ਅਸੀਂ ਸਮਝਦੇ ਇਹ ਦੂਜੀਆਂ ਜ਼ਬਾਨਾਂ 'ਚ ਆਉਣ ਵਾਲਾ ਕੰਮ ਹੈ। ਇਹ ਜ਼ਿਆਦਾ ਕੁਝ ਇਸ ਤਰ੍ਹਾਂ ਹੁੰਦਾ ਕਿ ਤੁਹਾਨੂੰ ਪਤਾ ਵੀ ਨਹੀਂ ਲੱਗਦਾ, ਕੁਝ ਟਰਾਂਸਲੇਟ ਹੋ ਜਾਂਦੀਆਂ ਨੇ। ਜਿਵੇਂ ਕੋਈ ਉਰਦੂ ਦੀ ਇੱਕ ਕਿਤਾਬ ਕੋਈ ਛਪੀ ਹੈ, ਮੈਨੂੰ ਤੇ ਪਤਾ ਨਹੀਂ ਹੈ, ਕਿਸੇ ਨੇ ਦੱਸਿਆ ਸੀ ਕਿਸੇ ਨੇ, ਇੱਕ ਉਹਦੇ ਵਿੱਚ ਮੇਰੀ ਰਵਾਈ ਸੀ ਕਿ ਉਹ ਰੋਇਆ ਤਾਂ ਬਹੁਤ ਮੈਥੋਂ, ਮਗਰ ਮੁੱਖ ਮੋੜ ਕੇ ਰੋਇਆ। ਬੜਾ ਮਜਬੂਰ ਹੋਵੇਗਾ ਉਹ ਜੋ ਦਿਲ ਤੋੜ ਕੇ ਰੋਇਆ। ਵਾਹ 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 ਵਾਹ। ਮੇਰੇ ਸਾਹਮਣੇ ਤੋਂ ਟੁਕੜੇ ਕਰ ਗਿਆ ਤਸਵੀਰ ਮੇਰੀ ਦੇ, ਪਤਾ ਲੱਗਾ ਉਹੀ ਟੁਕੜੇ ਉਹ ਮਗਰੋਂ ਜੋੜ ਕੇ ਰੋਇਆ। ਕਿਆ ਬਾਤ ਹੈ, ਮੇਰੇ ਸਾਹਮਣੇ ਤੇ ਟੁਕੜੇ ਕਰ ਗਿਆ ਤਸਵੀਰ ਮੇਰੀ ਦੇ। ਵਾਹ ਵਾਹ ਵਾਹ। ਪਤਾ ਲੱਗਾ ਉਹੀ ਟੁਕੜੇ ਉਹ ਮਗਰੋਂ ਜੋੜ ਕੇ ਰੋਇਆ। ਇਹ ਉਰਦੂ ਵਿੱਚ ਵੀ ਹੈ, ਕਿਸੇ ਕਿਤਾਬ ਛਪੀ ਹੋਣੀ ਹੈ। ਵਾਹ ਵਾਹ, ਬਹੁਤ ਬਹੁਤ ਖੂਬ ਹੈ ਜੀ, ਬਹੁਤ ਵਧੀਆ। ਵਾਹ। ਅੱਛਾ, ਕੋਈ ਜਿਹੜੀ ਤੁਹਾਨੂੰ ਸਭ ਤੋਂ ਆਪਣੀ ਚੀਜ਼ ਜਿਹੜੀ ਪਸੰਦ ਹੈ, ਵੈਸੇ ਤਾਂ ਔਖਾ ਹੁੰਦਾ ਆਪਣੀ ਤਖਲੀਕ 'ਚ ਵੰਡ ਕਰਨਾ, ਕੋਈ ਚੀਜ਼ ਸਾਂਝੀ ਕਰੋ। ਇੱਕ ਧੀਆਂ ਬਾਰੇ ਵੀ ਤੁਸੀਂ ਲਿਖੀ ਸੀ, ਮੈਨੂੰ ਕਿਸੇ ਦੋਸਤ ਨੇ ਸੁਣਾਈ ਇੱਕ ਦਿਨ, ਤੇ ਤੁਸੀਂ ਸਾਂਝੀ ਕਰੋ ਤੁਸੀਂ। ਉਹ ਵੀ ਮੈਂ ਸੁਣਾਉਣਾ। ਇੱਕ ਸੀਗਾ ਕਿ ਗਜ਼ਲ ਜਿਹੜੀ ਬਹੁਤ ਪਸੰਦ ਕੀਤੀ ਗਈ ਹੈ, ਕਿਉਂਕਿ ਜਦੋਂ ਲੋਕਾਂ ਦੇ ਦਿਲ ਦੀ ਕੋਈ ਗੱਲ ਹੋ ਜਾਂਦੀ ਹੈ ਨਾ, ਉਹ ਸੀਗੀ ਕਿ ਇਸ ਵਾਰੀ ਜਦ ਪਿੰਡੋਂ ਹੋ ਕੇ ਆਇਆ, ਇਸ ਵਾਰੀ ਜਦ ਪਿੰਡੋਂ ਹੋ ਕੇ ਆਇਆ ਹਾਂ, ਆਪਣੇ ਹੀ ਗਲ ਲੱਗ ਲੱਗ ਰੋ ਕੇ ਆਇਆ ਹਾਂ। ਪੈੜ ਨਹੀਂ ਸੀ ਮੇਰੀ ਹੁਣ ਪਗਡੰਡੀਆਂ ਤੇ, ਪਗਡੰਡੀਆਂ ਦੇ ਕੋਲ ਖਲੋ ਕੇ ਆਇਆ ਹਾਂ। ਬੰਦ ਪਏ ਸੀ ਬੂਹੇ ਜੋ ਮੈਂ ਖੋਲੇ ਨਾ, ਬੰਦ ਪਏ ਸੀ ਬੂਹੇ ਜੋ ਮੈਂ ਖੋਲੇ ਨਾ, ਰਹਿ ਗਏ ਸੀ ਜੋ ਖੁੱਲੇ ਢੋ ਕੇ ਆਇਆ ਹਾਂ। ਵਾਹ, ਰਹਿ ਗਏ ਸੀ ਜੋ ਖੁੱਲੇ ਢੋ ਕੇ ਆਇਆ ਹਾਂ। ਵਾਹ ਵਾਹ। ਕਿ ਜਿਸ ਥਾਂ ਤੋਂ ਖਤ ਕੱਢੇ ਉਸਦੇ ਪਾੜਨ ਲਈ, ਜਿਸ ਥਾਂ ਤੋਂ ਖਤ ਕੱਢੇ ਉਸਦੇ ਪਾੜਨ ਲਈ, ਉਸੇ ਥਾਂ ਤੇ ਫੇਰ ਲੁਕੋ ਕੇ ਆਇਆ ਹਾਂ। ਵਾਹ ਵਾਹ ਵਾਹ, ਕੀ ਬਾਤ ਹੈ। ਉਸੇ ਥਾਂ ਤੇ ਫਿਰ ਲੁਕੋ ਕੇ ਆਇਆ ਹਾਂ। ਕਿ ਮੋਈ ਮਾਂ ਦੇ ਮੈਲੇ ਜਿਹੇ ਦੁਪੱਟੇ ਨੂੰ, ਮੋਈ ਮਾਂ ਦੇ ਮੈਲੇ ਜਿਹੇ ਦੁਪੱਟੇ ਨੂੰ ਸੀਨੇ ਲਾ ਲਾ ਰੋ ਰੋ ਧੋ ਕੇ ਆਇਆ ਹਾਂ। ਆ ਕੇ ਸਭਨਾਂ ਨੂੰ ਮਿਲਿਆ ਹਾਂ ਹੱਸ ਹੱਸ ਕੇ, ਦੱਸਿਆ ਨਹੀਂ ਮੈਂ ਕਿੰਨਾ ਰੋ ਕੇ ਆਇਆ ਇਸ ਵਾਰੀ। ਵਾਹ ਵਾਹ ਵਾਹ, ਬਹੁਤ ਸੋਹਣੀ ਸਰ। ਤੁਸੀਂ ਪ੍ਰਦੇਸ਼ ਰਹਿ ਕੇ ਜਿਹੜੇ ਪ੍ਰਦੇਸੀਆਂ ਦੀ ਫੀਲਿੰਗ ਹੁੰਦੀ ਹੈ ਆਪਣੀ ਮਿੱਟੀ ਲਈ, ਬਹੁਤ ਸੋਹਣੀ ਨਿਕਾਸੀ ਕੀਤੀ ਹੈ।
ਔਰ ਮੈਂ ਸਮਝਦਾ ਇਹ ਸਾਰੇ ਹੀ ਪ੍ਰਦੇਸ਼ ਪੁੱਛਣ ਵਾਲੇ ਦਿਲ ਦੀ ਆਵਾਜ਼ ਹੈ। ਤੇ ਅੱਗੇ ਅਸੀਂ ਚਾਹੁੰਦੇ ਹਾਂ ਕਿ ਪ੍ਰੋਗਰਾਮ ਦੇ ਖਤਮ ਹੋਣ ਤੋਂ ਪਹਿਲਾਂ ਜਿਹੜੇ ਅਸੀਂ ਦੋਵੇਂ ਪੇਜ ਰਲ ਕੇ ਕੰਮ ਕਰ ਰਹੇ ਹਾਂ ਪੰਜਾਬੀ ਦਾ, ਜੀ ਕਿ ਦੋਵਾਂ ਪੰਜਾਬਾਂ 'ਚ ਆਵਾਜ਼ ਸਾਡੀ ਪਹੁੰਚ ਰਹੀ ਹੈ, ਇਹਦੇ ਬਾਰੇ ਤੁਸੀਂ ਕੁਝ ਕਹਿਣਾ ਚਾਹੋ ਜਾਂ ਸਾਡੇ ਸੁਣਨ ਵਾਲਿਆਂ ਨੂੰ ਕੋਈ ਸੁਨੇਹਾ ਸਾਂਝਾ ਕਰਨਾ ਚਾਹੋ? ਹਾਂਜੀ, ਸੁਣਨ ਵਾਲੇ ਦੇਖੋ ਮੈਨੂੰ ਲੱਗਦਾ ਸਾਰੇ ਬੜੇ ਸਿਆਣੇ ਨੇ। ਸੁਨੇਹਾ ਸਾਡਾ ਤਾਂ ਮੁਹੱਬਤ ਦੀ ਸੁਨੇਹਾ ਹੈ। ਵਾਹ ਵਾਹ। ਕਿ ਜਿਹੜੀ ਮੁਹੱਬਤ ਦੀ ਖੁਸ਼ਬੂ ਆ ਉਹ ਦਿਲਾਂ 'ਚ ਕਾਇਮ ਰਹੇ। ਇਹ ਇੱਕ ਸਾਂਝਾ ਮੰਚ ਜਿਹੜਾ ਹੁਣ ਬਣ ਗਿਆ, ਇਹ ਬੜੀ ਚੰਗੀ ਗੱਲ ਹੈ। ਇਹਦੇ ਵਿੱਚ ਕਿਉਂਕਿ ਸਾਡਾ ਮਸਲਾ ਹੈਗਾ ਲਿਪੀ ਦਾ ਥੋੜਾ, ਕਿ ਸ਼ਾਹਮੁਖੀ ਤੇ ਗੁਰਮੁਖੀ, ਤੇ ਇਹ ਮਸਲਾ ਇਹਦੇ ਰਾਹੀਂ ਹੱਲ ਹੋ ਜਾਏਗਾ, ਕਿਉਂਕਿ ਸਮਝ ਤਾਂ ਸਕਦੇ ਇੱਕ ਦੂਸਰੇ ਨੂੰ, ਲਿਖਤੀ ਰੂਪ ਵਿੱਚ ਨਹੀਂ ਸਮਝ ਸਕਦੇ। ਸੋ ਇਸ ਕਰਕੇ ਮੈਂ ਬੜੀ ਮੁਬਾਰਕ ਦਿੰਦਾ ਕੀਮਤੀ ਗੱਲਾਂ ਪੰਜਾਬੀ ਕਾ ਇਹਨਾਂ ਮੰਚਾਂ ਨੂੰ, ਕਿ ਇਹਨਾਂ ਨੇ ਦੋਨਾਂ ਨੇ ਰਲ ਕੇ, ਜਿਵੇਂ ਮੈਂ ਸ਼ੁਰੂ ਸ਼ੇਰ ਪੜ੍ਹਿਆ ਸੀ ਨਾ ਕਿ ਦਿਲ ਦਾ ਇੱਕ ਟੁਕੜਾ ਸੀਨੇ ਵਿੱਚ ਇੱਕ ਵਤਨਾਂ ਵਿੱਚ ਰਹਿ ਜਾਂਦਾ ਹੈ, ਇਹ ਮੈਨੂੰ ਲੱਗਦਾ ਦੋਨੋਂ ਟੁਕੜੇ ਨੇ ਜਿਹੜੇ ਇਹਨਾਂ ਨੇ ਮਿਲਾ ਦਿੱਤੇ ਨੇ, ਤੇ ਦਿਲਾਂ ਦੇ ਵਿੱਚ ਜਿਹੜੀ ਸਾਂਝ ਹੈ ਉਹ ਧੜਕਣ ਲਾ ਦਿੱਤੀ ਹੈ ਸ਼ਬਦਾਂ ਦੇ ਨਾਲ। ਕਿਆ ਬਾਤ, ਦਿਲਾਂ 'ਚ ਸਾਂਝ ਜਿਹੜੀ ਧੜਕਣ ਲੱਗ ਪਈ। ਵਾਹ ਵਾਹ ਵਾਹ, ਬਹੁਤ ਮੁਹੱਬਤ ਸਰ। ਅਸੀਂ ਇਹ ਨਾ ਥੋੜਾ ਜਿਹਾ ਅਜੇ ਵਿੱਚ ਰਿਹਾ ਨੈਟਵਰਕ 'ਚ ਥੋੜੀ ਆਵਾਜ਼ ਆਉਂਦੀ ਰਹੀ ਹੈ, ਤੇ ਬਹੁਤ ਸਾਰੇ ਜਿਹੜੇ ਸਾਡੇ ਸੁਣਨ ਵਾਲੇ ਦੇਖਣ ਵਾਲੇ ਨੇ ਉਹਨਾਂ ਦਾ ਖਿਆਲ ਹੈ ਕਿ ਦੁਬਾਰਾ ਹਰਜਿੰਦਰ ਕੰਗ ਨੂੰ ਲੈਣਾ ਚਾਹੁੰਦੇ ਹਾਂ ਅਸੀਂ, ਤਾਂ ਕਿ ਜਿਹੜੀ ਅੱਜ ਵਿੱਚ ਆਵਾਜ਼ ਆਉਂਦੀ ਰਹੀ, ਲੋਕ ਉਹਨਾਂ ਗੱਲਾਂ ਬੜੀਆਂ ਅਹਿਮ ਸਨ ਤੇ ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਕਿ ਪੱਲੇ ਬੰਨ ਲਈਏ, ਲੇਕਿਨ ਵਿੱਚੋਂ ਕਿਤੇ ਦੀ ਆਵਾਜ਼ ਮੁਸ਼ਕਿਲ, ਕਿਤੇ ਟੈਕਨੋਲੋਜੀ ਦਾ ਮਸਲਾ ਰਿਹਾ, ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਦੁਬਾਰਾ ਆਪਣੇ ਸੁਣੀਆਂ ਨੂੰ ਹਰਜਿੰਦਰ ਕੰਗ ਨਾਲ ਮਿਲਾਈਏ। ਔਰ ਜਿਹੜੇ ਤੁਹਾਡੇ ਵਿਚਾਰ ਨੇ, ਕਮੈਂਟਸ ਨੇ, ਇਹ ਹਰਜਿੰਦਰ ਵੀ ਵੇਖ ਲੈਣਗੇ ਹੁਣੇ ਪ੍ਰੋਗਰਾਮ ਤੋਂ ਬਾਅਦ, ਔਰ ਤੁਹਾਡੇ ਫਿਰ ਜਦੋਂ ਜਵਾਬ ਵੀ ਦੇਣਗੇ, ਕਿਉਂਕਿ ਜਿੱਡੇ ਉਹ ਪਿਆਰ ਵਾਲੇ ਬੰਦੇ ਨੇ, ਕਿਸੇ ਦਾ ਹੱਕ ਰੱਖਦੇ ਲੱਗਦੇ ਨਹੀਂ। ਤੇ ਜਿਹੜੇ ਤੁਸੀਂ ਕਮੈਂਟ ਲਿਖ ਰਹੇ ਹੋ, ਕਿਉਂਕਿ ਹੁਣ ਨਜ਼ਰ ਨਹੀਂ ਆ ਰਹੇ ਹੁਣ ਅਜੇ, ਪ੍ਰੋਗਰਾਮ ਤੋਂ ਬਾਅਦ ਉਹ ਵੇਖ ਸਕਣਗੇ, ਤੇ ਫਿਰ ਤੁਹਾਡੇ ਸਾਰੇ ਲੋਕਾਂ ਦੇ ਨਾਲ ਆਪਣੇ ਵਿਚਾਰ ਵੀ ਸਾਂਝੇ ਕਰਨਗੇ। ਅਸੀਂ ਧੰਨਵਾਦੀ ਹਾਂ ਹਰਜਿੰਦਰ ਕੰਗ ਹੋਰਾਂ ਦੇ, ਉਹਨਾਂ ਨੇ ਟਾਈਮ ਦਿੱਤਾ। ਸਾਡਾ ਉਹਨਾਂ ਦਾ ਟਾਈਮ ਦਾ ਵੀ ਬੜਾ ਫਰਕ ਹੈ, 12 ਘੰਟਿਆਂ ਦਾ, ਤੇ ਇਹਦੇ ਬਾਵਜੂਦ ਉਹਨਾਂ ਨੇ ਆਪਣੀ ਨੀਂਦ ਛੱਡ ਕੇ ਔਰ ਸਾਨੂੰ ਇਹ ਸਾਡਾ ਸਾਂਝ ਪਾਈ। ਅਸੀਂ ਸਮਝਦੇ ਕਿ ਇਹਦੇ ਸੋਹਣੇ ਗੀਤਕਾਰ ਨੂੰ ਮਿਲ ਕੇ, ਇਹਦੇ ਸੋਹਣੇ ਸ਼ਾਇਰ ਨੂੰ ਮਿਲ ਕੇ ਸਾਨੂੰ ਆਪ ਬਹੁਤ ਠੰਡ ਪਈ ਹੈ, ਬੜੇ ਜਲਗਾਂ ਨੂੰ ਜ਼ਬਾਨ ਮਿਲੀ ਹੈ, ਤੇ ਜਿੰਦੇ ਵਾਸਤੇ ਹਰਵਿੰਦਰ ਕੰਗ ਜੀ, ਇਨਸ਼ਾਅੱਲਾ ਹਰਜਿੰਦਰ ਜੀ, ਅਸੀਂ ਬਹੁਤ ਬਹੁਤ ਦੁਆਵਾਂ ਤੁਹਾਨੂੰ। ਤੇ ਮੈਨੂੰ ਲੱਗਦਾ ਕਿ ਮੈਨੂੰ ਸੁਪਨੇ ਬੜੇ ਸੋਹਣੇ ਆਉਣਗੇ, ਕਿਉਂਕਿ ਗੱਲਾਂ ਬੜੀਆਂ ਸੋਹਣੀਆਂ ਤੁਸੀਂ ਕਰਦੇ ਹੋ। ਕਿ ਮੈਂ ਇਹੀ ਦੁਆ ਕਰਦਾ ਕਿ ਇੰਸ਼ਾਅੱਲਾ ਇਹ ਕਲਮਾਂ ਦੇ ਮੇਲੇ ਲੱਗਦੇ ਰਹਿਣ ਹਮੇਸ਼ਾ, ਤੇ ਸ਼ਬਦਾਂ ਦੇ ਚੌਮੁਖੀਏ ਦੀਵੇ ਜਗਦੇ ਰਹਿਣ ਹਮੇਸ਼ਾ। ਵਾਹ ਵਾਹ ਵਾਹ, ਸ਼ਬਦਾਂ ਦੇ ਚੌਮੁਖੀਏ ਦੀਵੇ ਜਗਦੇ ਰਹਿਣ ਹਮੇਸ਼ਾ। ਵਾਹ ਵਾਹ, ਬਹੁਤ ਸੋਹਣੀ ਦੁਆ ਜੀ। ਔਰ ਇਸੇ ਦੁਆ ਦੇ ਨਾਲ, ਇਹਨਾਂ ਹੀ ਜਗਦੇ ਸ਼ਬਦਾਂ ਦੇ ਨਾਲ ਆਪਣੇ ਸੁਣਨ ਵਾਲੇ ਕੋਲ ਇਜਾਜ਼ਤ ਚਾਹਾਂਗਾ ਮੈਂ। ਆਪਣੇ ਮਜਮਾਨ ਆਜ਼ਮ ਮਲਕ ਨੂੰ ਇਜਾਜ਼ਤ ਦਿਓ। ਬਹੁਤ ਛੇਤੀ ਦੁਬਾਰਾ ਹਰਜਿੰਦਰ ਕੰਗ ਹੋਰਾਂ ਨੂੰ ਨਾਲ ਲਵਾਂਗੇ, ਔਰ ਕੋਸ਼ਿਸ਼ ਕਰਾਂਗੇ ਕਿ ਨਾਲ ਐਸਾ ਵੀ ਕੋਈ ਜੀ ਲਈਏ ਜਿਨ੍ਹਾਂ ਨੇ ਇਹਨਾਂ ਦੇ ਗੀਤ ਗਾਏ ਹੋਣ, ਤੇ ਅਸੀਂ ਇਸ ਮੰਚ ਤੇ ਦੁਬਾਰਾ ਇੱਕ ਜਿਹੜੀ ਪਿਆਸ ਰਹਿ ਗਈ ਹੈ, ਜਿਹੜੀ ਤੱਕ ਰਹਿ ਗਈ ਦਿੱਲੀਆਂ ਨੂੰ ਹਰਜਿੰਦਰ ਕੰਗ ਹੋਰਾਂ ਦੀ ਸੁਣਨ ਦੀ ਉਮੀਦ ਉਹ ਅਸੀਂ ਪੂਰੀ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਲਓ ਜੀ, ਰੱਬ ਰੱਖਾ ਅਗਲੇ ਪ੍ਰੋਗਰਾਮ ਤੱਕ। ਅੱਲਾ ਹਾਫਿਜ਼।